ਗਰਾਊਂਡ ਰਿਪੋਰਟਸ ਟੀਵੀ ਨਿਊਜ਼ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਪਿਸ਼ੌਰਾ ਸਿੰਘ ਪੰਨੋ। ਅੱਜ ਅਸੀਂ ਪੁੱਜੇ ਹਾਂ ਪਿੰਡ ਕਲਸੀਆਂ ਕਲਾਂ, ਜੋ ਕਿ ਵਿਧਾਨ ਸਭਾ ਹਲਕਾ ਖੇਮਕਰਨ ਦਾ ਪ੍ਰਮੁੱਖ ਪਿੰਡ ਹੈ। 7000 ਦੇ ਕਰੀਬ ਆਬਾਦੀ ਵਾਲੇ ਇਸ ਪਿੰਡ ਦੇ ਵਿੱਚ 3200 ਦੇ ਕਰੀਬ ਰਜਿਸਟਰਡ ਵੋਟਰ ਦੱਸੇ ਜਾਂਦੇ ਨੇ, ਤੇ ਜਿਸ ਵਿੱਚੋਂ ਅਪਰੋਕਸੀਮੇਟਲੀ ਜੇਕਰ ਗੱਲ ਕੀਤੀ ਜਾਵੇ ਤਾਂ 75% ਵੀ ਮਤਦਾਨ ਹੋਵੇ ਜਾਂ ਇਸ ਤੋਂ ਵਧੇਰੇ ਹੋਵੇ ਤੇ ਲਗਭਗ 3000 ਘੱਟੋ ਘੱਟ ਜਿਹੜੀ ਆ ਉਹ ਵੋਟ ਪੈਣ ਦੀ ਹਮੇਸ਼ਾ ਸੰਭਾਵਨਾ ਰਹਿੰਦੀ ਆ। ਤੇ ਤਿੰਨ ਇਸ ਬੂਥ, ਇਸ ਪਿੰਡ ਦੇ 3 ਬੂਥ ਨੇ, ਤੇ ਅਸੀਂ ਗੱਲਬਾਤ ਕਰਦੇ ਹਾਂ ਤੇ ਪਿੰਡ ਦੇ ਵਿੱਚ ਪੁੱਜੇ ਹਾਂ। ਇੱਥੇ ਕੁਝ ਮੋਹਤਬਾਰ ਤੇ ਪਿੰਡ ਦੇ ਬਸ਼ਿੰਦੇ ਜਿਹੜੇ ਆ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਹੜੇ ਚੋਣ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ ਇਸ ਵਾਰ ਜਿਹੜਾ ਵਾ ਮਤਦਾਨ ਉਹ ਆਪਣਾ ਕਰਨਗੇ ਇਹਨਾਂ ਵਿਧਾਨ ਸਭਾ ਵੋਟਾਂ ਦੇ ਵਿੱਚ। ਸਾਡੇ ਨਾਲ ਪਿੰਡ ਦੇ ਨੁਮਾਇੰਦੇ ਇਸ ਵਕਤ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਜੀ, ਮੈਂ ਦਰਿੰਦਰ ਸਿੰਘ ਸਾਬਕਾ ਸਰਪੰਚ ਕਲਸੀਆਂ ਕਲਾਂ ਤੋਂ ਹਾਂ ਜੀ। ਸਰਪੰਚ ਸਾਹਿਬ, ਕਿਹੜੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਤੁਸੀਂ ਜਿਹੜੀ ਆ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਵਾ ਇਸ ਵਕਤ ਜਿਹੜਾ ਵਾ ਆਪਣਾ ਮਤਦਾਨ ਕਰੋਗੇ? ਮੁੱਦੇ ਦਾ ਜੀ ਕਾਫੀ ਆ। ਡਰੱਗ ਦਾ ਮੁੱਦਾ ਬਹੁਤ ਵੱਡਾ ਮੁੱਦਾ ਜਿਹੜਾ ਤਕਰੀਬਨ 20 ਸਾਲ ਤੋਂ ਚੱਲਿਆ ਆਉਂਦਾ ਜੀ। ਅਕਾਲੀ ਸਰਕਾਰ ਵੀ ਰਹੀ ਪਹਿਲਾਂ, ਤੇ ਲੋਕਾਂ ਨੇ ਅੱਕਿਆਂ ਨੇ ਵੋਟਾਂ ਜਿਹੜੀਆਂ ਸੀ ਉਹ ਕਾਂਗਰਸ ਨੂੰ ਪਾਈਆਂ ਕਿ ਬਹੁਤ ਵੱਡਾ ਮੁੱਦਾ ਹੈ ਡਰੱਗ ਦਾ। ਵਿਕਾਸ ਦਾ ਮੁੱਦਾ, ਹੈਲਥ ਦਾ ਮੁੱਦਾ, ਐਜੂਕੇਸ਼ਨ ਦਾ ਮੁੱਦਾ, ਇਹਨਾਂ ਮੁੱਦਿਆਂ ਦੇ ਉੱਤੇ ਅਸੀਂ ਵੋਟ ਪਾਵਾਂਗੇ। ਤੇ ਜੇਕਰ ਇਹਨਾਂ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਜੇ, ਤੇ ਜਿਹੜੀ ਪਿਛਲੀ ਸਰਕਾਰ ਸੀਗੀ ਉਹ ਇਹਨਾਂ ਮੁੱਦਿਆਂ ਦੇ ਉੱਤੇ ਖਰੀ ਨਹੀਂ ਉਤਰੀ? ਬਿਲਕੁਲ ਨਹੀਂ ਜੀ, ਖਰੀ ਉਤਰੀ। ਤੁਹਾਡੇ ਸਾਹਮਣੇ ਆ ਡਿਵੈਲਪਮੈਂਟ ਦਾ ਤੁਸੀਂ ਵੇਖ ਹੀ ਰਹੇ ਜੀ ਕਿੰਨੀ ਕੁ ਹੋਈ ਇੱਥੇ। ਸੁਖਪਾਲ ਸਿੰਘ ਭੁੱਲਰ ਦਾਅਵੇ ਤੇ ਕਰੀ ਜਾਂਦਾ, ਪਰ ਕੀਤਾ ਕੀ ਇਹਨਾਂ ਨੇ? ਨਾ ਪਹਿਲਾਂ 10 ਸਾਲਾਂ ਪਹਿਲੇ ਵਿਰਸਾ ਹੋ ਰਿਹਾ ਹੈ ਜੀ ਇੱਥੇ, ਅਕਾਲੀ ਸਰਕਾਰ ਆਈ ਆ, ਉਹਨਾਂ ਵੀ ਕੁਝ ਨਹੀਂ ਕੀਤਾ। ਕਿਉਂਕਿ ਕੰਮ ਨਾ ਹੋਣ ਕਾਰਨ ਦਾ ਵੱਡਾ ਇਹ ਮੁੱਦਾ ਸੀ, ਸਰਪੰਚੀ ਇਲੈਕਸ਼ਨ ਨਹੀਂ ਹੋਏ। ਸਰਪੰਚ ਬਣਾਉਂਦੇ ਰਹੇ ਐਮਐਲਏ, ਉੱਥੋਂ ਫੈਸਲਾ ਹੋ ਜਾਣਾ ਪਿਓ ਸਰਪੰਚ, ਪੁੱਤ ਮੈਂਬਰ ਘਰ ਦੀ ਪੰਚਾਇਤ, ਜੇ ਘਰ ਵਾਲੀ ਤੋਂ ਵੀ ਮੈਂਬਰ ਬਣ ਜਾਣੀ ਹੈ। ਵਿਕਾਸ ਤੁਹਾਡੇ ਕਹਿਣ ਦੇ ਮੁਤਾਬਕ ਵੀ ਲੋਕਤੰਤਰੀ ਪ੍ਰਕਿਰਿਆ ਦੇ ਨਾਲ ਸਰਪੰਚ ਨਹੀਂ ਚੁਣੇ ਗਏ, ਇਹਦਾ ਕਾਰਨ ਹੈ ਕਿ ਇਹ ਪਿੰਡਾਂ ਅੰਦਰ ਵਿਕਾਸ ਨਹੀਂ ਹੋਈ? ਬਿਲਕੁਲ ਜੀ, ਮੇਨ ਮੁੱਦਾ ਇਹੋ ਹੀ ਆ। ਵਿਕਾਸ ਤਾਂ ਜਿਹੜਾ 40 ਲੱਖ ਰੁਪਈਆ ਦੇ ਕੇ ਐਮਐਲਏ ਨੂੰ ਸਰਪੰਚ ਬਣਦਾ, ਉਹ ਪਹਿਲਾਂ 80 ਪੂਰਾ ਕਰੇਗਾ ਜੀ। ਵਿਕਾਸ ਕਿੱਥੋਂ ਕਰੇਗਾ? ਤੁਹਾਡੇ ਕਹਿਣ ਮੁਤਾਬਕ ਜਿਹੜੀਆਂ ਸਰਪੰਚੀ ਦਾ ਅਹੁਦਾ ਵਾ ਇਹ ਪੈਸਿਆਂ ਦੇ ਨਾਲ ਮੁੱਲ ਵਿਕਦਾ ਜੀ? ਬਿਲਕੁਲ ਜੀ, ਮਤਲਬ ਜਿਹਨੂੰ ਮਰਜ਼ੀ ਪੁੱਛ ਲਓ, ਪੂਰੇ ਹਲਕੇ 'ਚ ਅੱਜ ਤੱਕ ਸਾਡੇ ਕੋਲ 15 ਸਾਲ ਹੋ ਗਏ ਲਗਭਗ ਇਲੈਕਸ਼ਨ ਨਹੀਂ ਹੋਏ। 98 ਦੇ ਵਿੱਚ ਇਲੈਕਸ਼ਨ ਹੋਏ ਸੀ, ਉਦੋਂ ਪਹਿਲਾਂ ਮੈਂ ਬਣਿਆ ਸੀ, ਲੋਕਾਂ ਨੇ ਚੁਣਿਆ ਸੀ ਸਾਨੂੰ ਨੁਮਾਇੰਦਾ ਜੀ। ਅਸੀਂ ਕੰਮ ਵੀ ਕਰਾਏ ਪਿੰਡ ਦੇ। ਹੁਣ ਜੇ ਕੋਈ ਮੋਹਰ ਵੀ ਲਾਉਣ ਜਾਂਦਾ ਤਾਂ ਉਹਨੂੰ ਕਿਹਾ ਜਾਂਦਾ ਵੀ ਆਪਣਾ ਅਸੀਂ ਕਿਹੜੀਆਂ ਵੋਟਾਂ ਲਈਆਂ ਤਾਂ ਉੱਥੋਂ। ਲੋਕ ਬਹੁਤ ਦੁਖੀ ਨੇ, ਨਾ ਵਿਕਾਸ ਦਾ ਕੰਮ ਹੋਇਆ, ਕੋਈ ਕਣਕ ਨਹੀਂ ਮਿਲ ਰਹੀ ਗਰੀਬਾਂ ਨੂੰ। ਜੇ ਕੋਈ ਨਰੇਗਾ ਦਾ ਕਿਸੇ ਪੁੱਛ ਕੇ ਵੇਖੋ ਕਿਸੇ ਨੂੰ ਪੈਸਾ ਮਿਲਿਆ ਜੀ, ਬਹੁਤ ਬੁਰਾ ਹਾਲ ਹੈ ਜੀ। ਸਰਪੰਚ ਸਾਹਿਬ, ਇਹ ਗੱਲ ਆਮ ਜਦੋਂ ਚੱਲਦੀ ਹੈ ਤੇ ਉਹ ਕਹਿੰਦੇ ਆ ਕਿ ਇਹ ਤਾਂ ਐਵੇਂ ਵਿਰੋਧੀਆਂ ਦੇ ਇਲਜ਼ਾਮ ਹੁੰਦੇ ਨੇ, ਪੈਸੇ ਨਾਲ ਸਰਪੰਚੀ ਮੁੱਲ ਨਹੀਂ ਵਿਕਦੀ। ਇਹ ਤਾਂ ਤੁਸੀਂ ਇਲਾਕੇ 'ਚੋਂ ਸਰਵੇ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਪਤਾ ਜੀ। ਸਾਰੇ ਹਲਕੇ 'ਚੋਂ ਸਰਵੇ ਕਰਕੇ ਵੇਖ ਲਓ ਤੁਸੀਂ, ਹਰ ਪਿੰਡ ਦੀ ਆਵਾਜ਼ ਹੋਵੇਗੀ ਕਿ ਪੈਸੇ ਨੇ ਸਰਪੰਚੀਆਂ ਵਿਕੀਆਂ 15 ਸਾਲ ਤੋਂ ਲਗਾਤਾਰ। ਕਿਸੇ ਨੂੰ ਲੋਕਤੰਤਰ ਦਾ ਘਾਣ ਹੋਇਆ ਜੀ ਇੱਥੇ। ਨਸ਼ੇ ਦੀ ਗੱਲ ਹੈ ਤੇ ਡਰੱਗ ਬਹੁਤ ਜ਼ਿਆਦਾ ਆ। ਸਾਡੇ ਪਿੰਡ ਦੇ ਵਿੱਚ ਤਕਰੀਬਨ 100 ਬੱਚਾ ਹੋਣਾ ਜਿਹੜਾ ਇਸ ਵੇਲੇ ਡਰੱਗ ਦੀ ਮਤਲਬ ਨਸ਼ਾ ਕਰ ਰਿਹਾ। ਕੁਛ ਵਿਚਾਰੇ ਮਰ ਵੀ ਚੁੱਕੇ ਆ। ਸੋ ਇਹ ਮੇਨ ਮੁੱਦੇ ਨੇ ਸਾਡੇ। ਸਰਪੰਚ ਸਾਹਿਬ, ਜਿਸ ਜਗ੍ਹਾ ਦੇ ਉੱਤੇ ਆ ਖੜੇ ਆ ਤੁਹਾਡੇ ਆ ਜਿਹੜੇ ਦੋਸ਼ ਨੇ ਕਿ ਇਹ ਵਿਕਾਸ ਨਹੀਂ ਹੋਇਆ, ਇਹ ਕੈਮਰਾਮੈਨ ਨੂੰ ਕਹੂੰਗਾ ਕਿ ਥੋੜਾ ਦਿਖਾ ਦੇਣ ਸਾਹਮਣੇ। ਇਹੀ ਆ ਗਲੀ ਕੱਲੀ ਕਿ ਜਾਂ ਹੋਰ ਵੀ ਜੀ? ਉਹ ਸਾਹਮਣੇ ਤੁਹਾਨੂੰ ਦਿਖਾਉਣੇ। ਮੈਂ ਟਰੈਕਟਰ ਲੱਗੇ, ਗ੍ਰਾਈ ਕੀਤੀ, ਅਸੀਂ ਪਿੰਡ ਗ੍ਰਾਈ ਕਰਕੇ ਲਾ ਰਹੇ ਹਾਂ। ਯਾਨੀ ਕਿ ਤੁਸੀਂ ਆਪਣੇ ਕੋਲੋਂ ਭਾਈਚਾਰਕ ਤੌਰ ਤੇ ਜਿਹੜਾ? ਬਿਲਕੁਲ ਜੀ, ਪਿੰਡ ਵਾਲੇ ਸਾਰਿਆਂ ਨੇ ਗ੍ਰਾਈ ਆ। ਪਰਮਜੀਤ ਸਿੰਘ ਖਲੋਤੇ, ਸਾਰੇ ਜ਼ਿੰਮੇਵਾਰ ਬੰਦੇ ਨੇ, ਸਾਰੇ ਗ੍ਰਾਈ ਕਰਕੇ ਇੱਥੇ ਕੰਮ ਚੱਲ ਰਿਹਾ ਜੀ। ਕੋਈ ਵਿਕਾਸ ਵਾਲੀ ਗੱਲ ਨਹੀਂ ਹੈਗੀ ਕਿਤੇ ਵੀ। ਕੀ ਮਤਲਬ ਇਹ ਮਜਬੂਰੀ ਬਣ ਗਈ ਆ ਕਿ ਜਾਂ ਵੋਟਾਂ ਕਰਕੇ ਮਤਲਬ ਜਿਹੜਾ ਵਾ ਇਹ ਕਰ ਰਹੇ ਜੀ? ਨਹੀਂ ਜੀ, ਵੈਸੇ ਇਹ ਤੁਹਾਨੂੰ ਰਸਤਾ ਸਾਡਾ ਰੋਜ਼ ਪਿੰਡ 'ਚ ਆਉਣਾ, ਅਸੀਂ ਮਜਬੂਰੀ ਸਾਡੀ ਕਿਨੋਂ ਵੀ ਅਸੀਂ ਕਾਨੂੰ ਕਰਨਾ ਹੀ ਪੈਣਾ, ਲੰਘਣਾ ਕਹਿੰਦੀ ਅਸੀਂ। ਚੱਕੜਾ ਗੋਡੇ ਕੋਈ ਬਾਹਰੋਂ ਆਉਂਦਾ ਤੇ ਉਹ ਸਾਨੂੰ ਗਾਲਾਂ ਕੱਢਦੇ ਪਿੰਡ ਵਾਲਿਆਂ ਨੂੰ। ਤੇ ਹੁਣ ਫਿਰ ਇਹ ਜਿਹੜੀ ਆ ਮਤਲਬ ਹੁਣ ਰਾਜਨੀਤਿਕ ਪਾਰੀ ਜਿਹੜੀ ਆ 5 ਸਾਲਾਂ ਬਾਅਦ ਬਦਲਣ ਲੱਗੀ ਆ, ਤੇ ਤੁਸੀਂ ਕਿਹੜੀ ਪਾਰਟੀ ਸਮਝਦੇ ਜੇ ਵੀ ਜਿਹੜੀ ਇਹ ਵਿਕਾਸ ਕਰ ਸਕਦੀ ਆ? ਤੇ ਦੇਖੋ ਜੀ, ਅਕਾਲੀ ਦਲ ਵੀ ਅਸੀਂ ਵੇਖ ਲਿਆ, ਕਾਂਗਰਸ ਵੀ ਵੇਖ ਲਈ ਆ। 70 ਸਾਲ ਹੋ ਗਏ ਦੋਵਾਂ ਪਾਰਟੀਆਂ ਨੂੰ ਮੌਕਾ ਦਿੰਦੇ ਨੇ। ਇਸ ਵਾਰ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਵਾਂਗੇ। ਧੁੰਨ ਸਾਹਿਬ ਦੀ ਮਦਦ ਕਰ ਰਹੇ ਜੀ। ਸਾਰਾ ਪਿੰਡ ਹੀ ਤਕਰੀਬਨ ਜੇ ਕਹਿ ਲਈਏ ਕਿ 70% ਲੋਕ ਜਿਹੜੇ 80 ਉਹ ਧੁੰਨ ਸਾਹਿਬ ਦੇ ਨਾਲ ਨੇ ਸਾਡੇ ਪਿੰਡ ਦੇ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਜੀ ਆਇਆਂ ਨੂੰ। ਸਤਿ ਸ੍ਰੀ ਅਕਾਲ ਜੀ। ਅਸੀਂ ਇਸ ਮੁੱਦੇ ਦੇ ਉੱਤੇ ਆ ਜੀ, ਵੇਖੋ ਮੈਂ ਪਿਛਲੀ ਵਾਰ ਕਾਂਗਰਸ ਦੇ ਵਿੱਚ ਸੀ, ਅਸੀਂ ਸੁਖਪਾਲ ਸਿੰਘ ਨੂੰ ਬੜੀ ਲੀਡ ਤੇ ਪਿੰਡੋਂ ਜਿਤਾਇਆ। ਮੈਂ ਬਹੁਤ ਜ਼ਿਆਦਾ ਉਹਦੇ ਮਗਰ ਜ਼ੋਰ ਲਾ ਕੇ ਇੱਕ ਨੌਜਵਾਨ ਮੈਂ ਸਾਰੀ ਇਕੱਠੇ ਕਰ ਲਏ ਇੱਕ ਮਤਲਬ ਸਟੇਜ ਤੇ,
ਤੇ ਉਹਨੇ ਸਾਡੇ ਪਿੰਡ ਵੱਲ ਦੇਖਿਆ ਤੱਕ ਨਹੀਂ ਕਿ 5 ਸਾਲ ਵੜ ਕੇ ਵੀ ਨਹੀਂ ਵੇਖਿਆ ਕਿ ਇੱਥੇ ਹੋਇਆ ਵਾ ਕੁਛ ਕਿ ਨਹੀਂ ਹੋਇਆ। ਮਤਲਬ ਖੁਦ ਮੈਂ ਪਿਛਲੀ ਵਾਰ ਸਰਪੰਚੀ ਦਾ ਦਾਅਵੇਦਾਰ ਸੀ, ਮੈਂ ਵੋਟਾਂ ਦੇ ਵਿੱਚ ਬਣਦਾ ਸੀ 80%। ਮੈਂ ਜਾ ਕੇ ਐਮਐਲਏ ਸਾਹਿਬ ਨੂੰ ਕਿਹਾ ਕਿ ਇਲੈਕਸ਼ਨ ਕਰਾ ਦਿਓ, ਉਹਨਾਂ ਨੇ ਦੂਜੀ ਪਾਰਟੀ ਨੂੰ ਬਿਨਾਂ ਸਾਡੇ ਪੁੱਛਿਆਂ ਤੋਂ ਉੱਥੋਂ ਹੀ ਸਰਪੰਚ ਬਣਾ ਕੇ ਸਰੋਪੇ ਪਾ ਕੇ ਭੇਜਤਾ। ਤੇ ਉਹ ਬਾਕੀ ਤੁਸੀਂ ਜਿਹੜਾ ਉਹ ਸਰਪੰਚ ਬਣੇ ਉਹਨਾਂ ਦੇ ਹਾਲਾਤ ਗਾੜੀ ਵੇਖ ਲਓ, ਪਿੰਡ ਦੇ ਵਿੱਚ ਆਹ ਵਿਕਾਸ ਹੋਇਆ ਵਾ। ਤੇ ਅਸੀਂ ਐਤਕੀ ਕੱਲ੍ਹ ਮੈਂ ਕਮ ਸੇ ਕਮ ਆਪਦਾ 150 ਪਰਿਵਾਰ ਲੈ ਕੇ ਤੇ ਕੇਜਰੀਵਾਲ ਇਹਨਾਂ ਦੇ ਧੁੰਨ ਸਾਹਿਬ ਦੇ ਨਾਲ ਅਸੀਂ ਇੱਥੇ ਉਹਨਾਂ ਨਾਲ ਸਮੂਲੀਅਤ ਕੀਤੀ ਆ। ਸਾਨੂੰ ਆਸ ਆ ਕਿ ਦਿੱਲੀ ਦਾ ਕੋਈ ਮਤਲਬ ਉੱਥੇ ਅਸੀਂ ਵੇਖਿਆ ਵੀ ਆ ਕਿ ਵਧੀਆ ਕੰਮ ਹੋਏ। ਮਤਲਬ ਤਕਰੀਬਨ 50% ਜਿਹੜੇ ਬੱਚੇ ਆ ਉਹ ਨਸ਼ੇ ਦੇ ਵਿੱਚ ਫਸ ਚੁੱਕੇ ਆ, ਠੀਕ ਹੈ ਕਿ ਨਹੀਂ। ਤੇ ਬਾਕੀ ਸਾਨੂੰ ਇਹੋ ਹੀ ਆ ਕਿ ਚਲੋ ਜੇ ਸਰਕਾਰ ਬੰਦੀ ਕੋਈ ਥੋੜ੍ਹਾ ਬਹੁਤਾ ਕੰਮ ਰੁਜ਼ਗਾਰ ਦਾ ਮੌਕਾ ਹੋਊਗਾ ਪੈਦਾ ਤਾਂ ਥੋੜ੍ਹਾ ਜਿਹਾ ਚੀਜ਼ ਚੋਂ ਨਿਕਲਣਗੇ, ਸਾਨੂੰ ਇਹੋ ਆਸ ਆ। ਥੋੜਾ ਕੁ ਬਚ ਕੇ ਦਿਹਾੜੀ ਮਿਲਦੀ ਨਹੀਂ, ਭੁੱਖੇ ਮਰਨ ਡੇ। ਜਿਹੜੇ ਸਰਪੰਚ ਬਣ ਜਾਂਦੇ ਆ ਉਹ ਕੱਖ ਨਹੀਂ ਸਾਨੂੰ ਦਿੰਦੇ, ਕਣਕਾਂ ਸਾਡੀਆਂ ਉਹ ਨਹੀਂ ਮਿਲਦੀਆਂ। ਕੀ ਰਾਸ਼ਨ ਕਾਰਡ ਬਣੇ ਨਹੀਂ ਕਿ ਜਾਂ ਕੱਟੇ? ਰਾਸ਼ਨ ਕਾਰਡ ਸਾਡੇ ਕਟਾ ਦਿੱਤੇ ਆ ਕਾਂਗਰਸ ਸਰਕਾਰ ਨੇ, ਉਹ ਵਿਰੋਧ ਪਾਰਟੀ ਬਦਲ ਪਾਰਟੀ ਕਰਕੇ। ਆਵੇ ਕਹਿੰਦਾ ਕੋਠੇ ਟੱਠੇ ਆ, ਸਾਡਾ ਕੋਈ ਕਰਦਾ ਹੀ ਕੱਖ ਨਹੀਂ। ਅਸੀਂ ਤਾਂ ਅੱਕ ਗਏ ਆ, ਦੋ ਸਰਕਾਰਾਂ ਤੰਗ ਹੋ ਗਏ ਅਸੀਂ, ਕਾਂਗਰਸ ਤੋਂ ਤੇ ਅਕਾਲੀਆਂ ਤੋਂ। ਹੁਣ ਫਿਰ ਕੀ ਸੋਚਿਆ ਆ ਜਿਹੜੀਆਂ ਚੋਣਾਂ ਆਈਆਂ ਇਹਦੇ 'ਚ? ਚੋਣਾਂ ਇਹ ਆ ਵੀ ਤੀਜੀ ਸਰਕਾਰ ਅਸੀਂ ਚੁਣੀਏ, ਸਾਨੂੰ ਕੋਈ ਦੇ ਸਕਣ, ਸਾਡਾ ਬਣ ਜਾਵੇ। ਤੁਸੀਂ ਕੀ ਸੋਚਦੇ? ਹਾਂਜੀ ਅਸੀਂ ਅਸੀਂ ਸਮਝ ਇਹੋ ਚੀਜ਼ ਇਹ ਕੱਖ ਨਹੀਂ ਬਣਿਆ, ਅਫਲਾਚਾ ਮਾੜੀ ਮੋਟ ਆਪਦੇ ਘਰ ਦੀ ਬਣਾਈ ਆ, ਕਿਸੇ ਕੱਖ ਨਹੀਂ ਬਣਾਇਆ। ਹਾਂਜੀ ਇੱਕ ਮੌਕਾ ਦੇਣਾ ਹੀ ਚਾਹੀਦਾ ਵਾ ਤੀਜੀ ਸਰਕਾਰ ਨੂੰ ਵੀ। ਇਹ ਸਾਨੂੰ ਇੱਕ ਮੌਕਾ ਦੇਣਾ ਚਾਹੀਦਾ। ਹਾਂਜੀ ਦੋਨੇ ਦੇ ਵੇਖ ਜੇ ਲਿਆ ਸਾਡੇ ਕੰਮ ਕਰ ਦੇਣ ਤੇ ਫਿਰ ਗਲੀਆਂ ਗੁਲੀਆਂ ਵੇਖ ਲਓ, ਤੁਹਾਡੇ ਸਾਹਮਣੇ ਆ ਵਿਕਾਸ ਜਿਸ ਤਰ੍ਹਾਂ ਦਾ ਹੈਗਾ। ਕਿਹੜੀ ਪਾਰਟੀ ਤੁਸੀਂ ਸਮਝਦੇ ਜੇ ਕਿ ਤੁਹਾਡਾ ਜਿਹੜਾ ਵਾ ਉਹ ਚੰਗਾ ਕੰਮ ਤੁਹਾਡੇ ਲਈ ਕਰ ਸਕਦੀ? ਚੰਗਾ ਤਾਂ ਵੇਖੋ ਜੀ, ਹੁਣ ਨਵੀਂ ਪਾਰਟੀ ਹਰ ਇੱਕ ਚਾਹੁੰਦਾ ਵੀ ਨਵੀਂ ਪਾਰਟੀ ਬਣ ਜੇ ਤੇ ਚੰਗਾ ਕੰਮ ਕਰੂਗੀ। ਤੇ ਹੁਣ ਪਿਛਲੀਆਂ ਪਾਰਟੀਆਂ ਵੀ ਜਿੰਨੇ ਕੰਮ ਕੀਤੇ ਆ ਤੁਸੀਂ ਵੇਖ ਹੀ ਰਹੇ ਜਿੰਨੇ ਕਿ ਹੋਏ ਆ। ਮੁੱਦੇ ਤੇ ਇਹੋ ਹੀ ਆ ਜੀ, ਕੋਈ ਚੰਗਾ ਸਿਸਟਮ ਮਿਲ ਜੇ, ਕੋਈ ਹਸਪਤਾਲ ਚਾਹੀਦਾ ਵਾ, ਕੋਈ ਸਕੂਲ ਚਾਹੀਦਾ ਵਾ ਜਿਹੜਾ ਵੀ ਬੱਚਿਆਂ ਨੂੰ ਫ੍ਰੀ ਕੋਈ ਨਾ ਕੋਈ ਸਹੂਲਤ ਦਿੱਤੀ ਜਾਵੇ। ਇਹਦੇ ਵਿੱਚ ਇਹੋ ਆ ਕੋਈ ਦਿਹਾੜੀ ਤੇ ਕੋਈ ਧੱਪਾ ਨਹੀਂ, ਕੋਈ ਨਰੇਗਾ ਦਾ ਕੰਮ ਵੀ ਅੱਜ ਤੱਕ ਮੇਰੇ 35 ਸਾਲ ਉਮਰ ਹੋ ਗਈ ਆ, ਮੈਂ ਨਾ ਗਿਆ ਤੇ ਨਾ ਕੋਈ ਨਰੇਗਾ ਦਾ ਸਿਸਟਮ ਹੀ ਹੈਗਾ। ਨਰੇਗਾ ਦਾ ਤੁਹਾਡਾ ਕਾਰਡ ਵੀ ਨਹੀਂ ਬਣਿਆ? ਨਹੀਂ ਜੀ, ਕਾਰਡ ਬਣਿਆ ਹੋਊਗਾ ਪਰ ਮੰਨ ਲਓ ਜੇ ਬਣਿਆ ਵੀ ਹੋਊਗਾ ਆਪਣੇ ਕੋਲ ਨਹੀਂ ਹੈਗਾ, ਕਿਸੇ ਸਰਪੰਚ ਕੋਲ ਹੋਊਗਾ, ਚਾਹੇ ਕਿਸੇ ਮੈਂਬਰ ਕੋਲ ਹੋਊਗਾ ਜਿਹੜੇ ਪੈਸੇ ਕਢਾ ਲੈਂਦੇ ਆ। ਤੁਹਾਨੂੰ ਅੱਜ ਤੱਕ ਕਦੀ ਕੋਈ ਪੈਸਾ ਨਹੀਂ ਮਿਲਿਆ? ਨਹੀਂ ਜੀ, ਸਾਨੂੰ ਨਹੀਂ ਮਿਲਿਆ। ਚਲੋ ਮੌਕਾ ਦੇਣਾ ਚਾਹੀਦਾ ਹੈ ਕਿ ਆਮ ਆਦਮੀ ਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਦੱਸਦੇ ਆ ਵੀ ਸਹੂਲਤ ਦੇਵਾਂਗੇ, ਸਹੂਲਤਾਂ ਦਿੰਦੇ, ਬਾਦਲ ਵੀ ਸਹੂਲਤ ਦੇ ਕੇ ਚਲੇ ਗਿਆ ਵਾ, ਕੈਪਟਨ ਵੀ ਸਹੂਲਤ ਦੇ ਕੇ ਚਲੇ ਗਿਆ, ਅੱਜ ਤੱਕ ਸਹੂਲਤ ਕੋਈ ਨਹੀਂ ਮਿਲੀ। ਵਿਕਾਸ ਪ੍ਰਬੰਧਾਂ ਲਈ ਪਿੰਡਾਂ ਦੇ ਵਿੱਚ ਛੱਪੜਾਂ ਦੀ ਅਹਿਮ ਭੂਮਿਕਾ ਹੁੰਦੀ ਹੈ, ਲੇਕਿਨ ਛੱਪੜਾਂ ਦੇ ਜਿਹੜੇ ਰੱਖ ਰਖਾਓ ਵਾਸਤੇ ਸਰਕਾਰਾਂ ਜਿਹੜੀਆਂ ਲੱਖ ਦਾਅਵੇ ਕਰਦੀਆਂ ਨੇ ਕਿ ਪਿੰਡਾਂ ਦੇ ਵਿੱਚ ਜਿਹੜੇ ਸੀਵਰੇਜ ਦਾ ਪਾਣੀ ਆ ਉਹ ਇੱਕ ਜਗ੍ਹਾ ਤੇ ਇਕੱਠਾ ਹੋ ਸਕੇ। ਕੋਈ ਸਮਾਂ ਹੁੰਦਾ ਸੀ ਪਸ਼ੂਆਂ ਦੇ ਪੀਣ ਦਾ ਵੀ ਪ੍ਰਬੰਧ ਛੱਪੜ 'ਚੋਂ ਹੀ ਚੱਲਦਾ ਸੀ, ਲੇਕਿਨ ਇੱਥੇ ਹਾਲਾਤ ਕੁਝ ਵੱਖਰੇ ਹੀ ਇਸ ਪਿੰਡ ਦੇ ਵਿੱਚ ਦਿਖਾਈ ਦਿੰਦੇ ਨੇ। ਤੇ ਛੱਪੜ ਦਾ ਪਾਣੀ ਜਿਹੜਾ ਓਵਰਫਲੋ ਹੋ ਕੇ ਗਲੀ ਤੱਕ ਪੁੱਜਾ ਹੋਇਆ ਆ ਤੇ ਕੋਈ ਵੀ ਪ੍ਰਬੰਧ ਛੱਪੜ ਦਾ ਜਿਹੜਾ ਠੋਸ ਇੱਥੇ ਨਜ਼ਰ ਨਹੀਂ ਆਉਂਦਾ, ਜੋ ਕਿ ਇਹ ਪਿੰਡ ਲਈ ਇੱਕ ਵੱਡੀ ਸਮੱਸਿਆ ਸਾਹਮਣੇ ਨਜ਼ਰ ਆਉਂਦੀ ਆ। ਵੇਖਾਂਗੇ ਕਿਹੜੀ ਵਿਚਾਰਾ ਲਿਆ। ਜਿਹੜੀਆਂ ਪਹਿਲੀਆਂ ਦੁਕਾਨਾਂ ਵੇਖੀਆਂ ਅੱਗੇ ਰਵਾਇਤੀ ਜਿਹੜੀਆਂ ਪਾਰਟੀਆਂ, ਉਹਨਾਂ ਨੇ ਚੰਗਾ ਸੌਦਾ ਦਿੱਤਾ? ਨਾ ਕੋਈ ਨਹੀਂ ਦਿੱਤਾ। ਅੱਛਾ, ਤੇ ਖਰਾ ਸੌਦਾ ਨਹੀਂ ਦਿੱਤਾ? ਨਾ ਅਸੀਂ ਤੇ ਸਾਡੇ ਆ ਰਾਹ ਨਹੀਂ ਸਾਡਾ ਬਣਿਆ ਵੇ, ਆ ਗਲੀ ਆ ਤੁਹਾਡੇ ਘਰ ਨੂੰ ਗਲੀ ਜਾਂਦੀ? ਆਪਣੇ ਘਰ ਨੂੰ। ਕੀ ਮਜਬੂਰੀ ਆਣ ਪਈ? ਬੁਰੇ ਹਾਲਾਤ ਮਾਰੇ ਸੀ ਜੀ ਇੱਥੇ ਤਾਂ, ਸੰਗਤ ਸਾਰੀ ਖੋਤੀ ਆ ਜੀ। ਇੱਥੇ ਤਾਂ ਸਾਈਕਲ ਕੋਈ ਲੰਘਦਾ ਹੀ ਕੁਛ ਨਹੀਂ, ਸਾਡੇ ਤੁਰ ਕੇ ਇੱਥੇ ਮਨਾ ਵੀ ਉਹ ਬੇੜੀ ਰੱਖਣ ਵਾਲਾ ਕੰਮ ਬਣਿਆ ਪਿਆ। ਇਹ ਕਿਤੇ ਵੋਟਾਂ ਕਾਰਨ ਐਵੇਂ ਇਲਜ਼ਾਮ ਤਾਂ ਨਹੀਂ ਲਾਈ ਜਾਂਦੇ? ਮੈਂ ਨਾ ਵੋਟਾਂ ਤੋਂ ਪਹਿਲਾਂ ਤਾਂ ਲੱਗਿਆ, ਵੋਟਾਂ ਨੇ ਹੁਣ ਆਈਆਂ, ਮੈਨੂੰ ਤਾਂ 3 ਮਹੀਨੇ ਹੋ ਗਏ ਲੱਗਿਆਂ ਨੂੰ, 2.5 ਵੋਟਾਂ ਨੇ ਹੁਣ ਆਈਆਂ। ਇਲਜ਼ਾਮ ਤਾਂ ਆਪਾਂ ਲਾਉਂਦੇ ਨਹੀਂ ਕਿਸੇ ਦੇ, ਨਾ ਸਾਨੂੰ ਲੋੜ ਹੀ ਆ। ਅਸੀਂ ਤਾਂ ਆਪਦੇ ਕੋਈ ਸਾਡਾ ਮਸਲਾ ਨਹੀਂ ਹੈਗਾ ਇਲਜ਼ਾਮ ਲਾਉਣ ਦਾ। ਮੈਂ ਕਿਹਾ ਸ਼ਾਇਦ ਆ ਸਰਵਨ ਸਿੰਘ ਧੁੰਨ ਹੋਰਾਂ ਦਾ ਬੈਜ ਲਾਇਆ ਤੇ ਸ਼ਾਇਦ ਉਹ ਜਿਹੜੇ ਸਰਪੰਚ ਆ ਉਹ ਵਿਰੋਧੀ ਧਿਰ ਦੇ ਹੋਣ ਤੇ ਤਾਂ ਕਰਕੇ ਤੁਸੀਂ ਕਰਦੇ ਹੋ। ਨਹੀਂ ਜੀ, ਵਿਰੋਧ ਨਹੀਂ ਆਪਾਂ ਕਿਸੇ ਦਾ ਵੀ ਕੀਤਾ, ਨਾ ਕਰਦੇ ਹੀ ਆ। ਨਹੀਂ ਸਿਆਸੀ ਵਿਰੋਧ। 7000 ਆਬਾਦੀ ਆ ਪਰ ਕੋਈ ਵੀ ਹਸਪੀਟਲ ਦਾ ਕੋਈ ਪ੍ਰਬੰਧ ਨਹੀਂ ਹੈਗਾ। ਤੇ ਫਿਰ ਜਦੋਂ ਕੋਈ ਨਿੱਕੀ ਮੋਟੀ ਸਮੱਸਿਆ ਜਾਂ ਕੋਈ ਰਾਤ ਬਰਾਤੇ ਆਉਂਦੀ ਹੈ ਤੇ ਫਿਰ ਕਿੱਥੇ ਜਾਂਦਾ ਇਹ ਆ ਲੋਕ?
ਵੇਖੋ ਜੀ ਪ੍ਰਾਈਵੇਟ ਹਸਪੀਟਲ ਜੀ ਜਾਣਾ ਵਾ, ਮਜਬੂਰੀ ਦੇ ਕਾਰਨ ਕਈ ਡੈਥ ਵੀ ਹੋ ਜਾਂਦੀਆਂ ਵਾ, ਰਸਤੇ 'ਚ ਵੀ ਹੋ ਜਾਂਦੀਆਂ, ਕਿਉਂਕਿ ਜਿਹੜੇ ਗਰੀਬ ਵਿਚਾਰੇ ਨੇ ਉਹਨਾਂ ਕੋਲ ਕਿਹੜੀਆਂ ਗੱਡੀਆਂ ਨੇ। ਕੀ ਸੋਚ ਕੇ ਐਤਕੀ ਜਿਹੜਾ ਵਾ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜਾ ਵਾ ਉਹ ਵੋਟ ਪਾਉਣ ਦੀ ਜਿਹੜੀ ਆ ਉਹ ਤੁਹਾਡਾ ਵਿਚਾਰ ਆ? ਅਸੀਂ ਤੇ ਇਹੀ ਸੋਚਦੇ ਆ ਵੀ ਕੋਈ ਬਦਲਾਅ ਹੋਣਾ ਚਾਹੀਦਾ। ਬਾਹਰ ਦੀ ਚ ਆ ਗਿਆ ਬਸ ਨੌਕਰੀ, ਇੱਧਰ ਤਾਂ ਕਿੱਥੇ ਮਿਲਣੀ। ਆਪਦਾ ਦੇਸ਼ ਛੱਡ ਕੇ ਬਾਹਰ ਭੱਜਣਾ? ਆਪਦੇ ਦੇਸ਼ 'ਚ ਕਮਾਈ ਬੜੀ ਹੈ ਨਾ, ਇਹਨਾਂ ਸਰਕਾਰਾਂ ਕਰਕੇ ਜਾਣਦੇ ਆ। ਵੇਖ ਲਓ ਤਾਂ ਪਿੰਡ ਦੇ ਹਾਲਾਤ ਆਪੇ ਸਾਰਾ ਕੁਝ ਕਰਦੇ ਆ, ਕਿਸੇ ਨੇ ਕੋਈ ਕੀਤਾ ਤਾਂ ਨਹੀਂ। ਕਿਹੜੇ ਦੇਸ਼ 'ਚ ਜਾਣ ਦਾ ਵਿਚਾਰ? ਅਮਰੀਕਾ। ਅਮਰੀਕਾ ਦੇ ਵਿੱਚ ਜਾਣ ਲਈ 30 ਲੱਖ ਰੁਪਈਆ ਚਾਹੀਦਾ। ਉਹ ਤਾਂ ਕਰਾਂਗੇ ਫਿਰ, ਜਦੋਂ ਘਰੋਂ ਪਰੇਸ਼ਾਨ ਹੁੰਦੇ ਆ ਤੇ ਉਹਨਾਂ ਨੂੰ ਮੰਨ ਲਓ ਕਿ ਟੈਨਸ਼ਨ ਆਪਦੀ ਦੂਰ ਕਰਨ ਬਦਲੇ ਨਸ਼ੇ ਕਰੀ ਜਾਂਦੇ ਹੈਗੇ। ਅੱਛਾ, ਮਾਂ ਪਿਓ ਦਬਾਅ ਬਣਾਉਂਦਾ ਆ ਵੀ ਤੁਸੀਂ ਕੀਤਾ ਕੱਖ ਨਹੀਂ? ਹਾਂਜੀ, ਅੱਧੇ ਦਵਾਈ ਪੀ ਲੈਂਦੇ ਮਰ ਜਾਂਦੇ ਆ, ਜਿਹਨਾਂ ਤੁਹਾਨੂੰ ਪਤਾ ਕਿ ਅੱਜ ਕੱਲ ਕਿੰਨੇ ਧੋਖੇ ਧਾੜੀ ਹੁੰਦੇ ਆ, ਤੇ ਅੱਧੇ ਨਸ਼ਿਆਂ ਤੇ ਲੱਗ ਜਾਂਦੇ। ਤੇ ਫਿਰ ਵੋਟ ਬਣੀ ਆ? ਵੋਟ ਬਣੀ ਐਤਕੀ ਫਿਰ ਕੀ ਮਤਲਬ ਵਿਚਾਰ ਆ? ਕਿ ਆਪਣੇ ਆਮ ਆਦਮੀ ਨਾਲ ਵਿਚਾਰ ਆ ਤੇ ਇੱਕ ਠੋਕ ਕੇ ਤੁਰਾਂਗੇ ਇਹਨਾਂ ਨਾਲ। ਆਮ ਆਦਮੀ ਪਾਰਟੀ ਨੂੰ ਵੋਟ ਪਾਵਾਂਗੇ ਤੇ ਸਰਦਾਰ ਜੀ 30,000 ਲੀਡ ਤੇ ਧੁੰਨ ਸਰਦਾਰ ਨੂੰ ਜਿਤਾਵਾਂਗੇ ਜੀ। ਭਰਤੀ ਆਉਂਦੀ ਆ ਤੇ ਸਾਡੇ ਪਿੰਡ ਦੇ ਜਵਾਨਾਂ ਨੂੰ ਕਿਤੇ ਵੀ ਦੌੜਨ ਵਾਸਤੇ ਜਗ੍ਹਾ ਨਹੀਂ ਹੈਗੀ। ਇਸੇ ਕਰਕੇ ਸਾਡੇ ਅਮੂਮਨ ਸਾਡੇ ਪਿੰਡ ਦੇ ਜਵਾਨ ਦੌੜ ਦੇ ਵਿੱਚੋਂ ਰਹਿ ਜਾਂਦੇ ਨੇ। ਨੰਬਰ 2, ਸਾਡੇ ਪਿੰਡ ਦੇ ਵਿੱਚ ਕੋਈ ਵੀ ਜਿਮ, ਕੋਈ ਵੀ ਗਰਾਊਂਡ, ਕੁਛ ਵੀ ਨਹੀਂ ਸਾਡੇ ਪਿੰਡ ਹੈ। ਗਰੀਬਾਂ ਦੀ ਨਹੀਂ ਕਿਸਾਨ ਨਹੀਂ ਤਾਂ ਨਾ ਸੀ ਫਿਰ ਕੀ ਆ, ਜੋ ਕਰਮਾਂ 'ਚ ਜੁੜ ਜੂ। ਜਿਹੜੇ ਸਾਡੇ ਸਹੀ ਛੱਪੜ ਆ ਉਹ ਉਤਰਾ ਹੀ ਮੰਨ ਲਓ ਪੂਰੇ ਪਏ ਆ। 4 ਸਵੇਰੇ ਸੀਵਰ ਇਹਦੇ ਨਿਕਲਣਾ ਚਾਹੀਦਾ ਹੈ, ਕੁਛ ਨਹੀਂ ਨਿਕਲਿਆ। ਆ ਪਾਣੀ ਇੱਥੇ ਜਿੱਥੇ ਵੀ ਕਿਸੇ ਜੀ ਕਰਦਾ ਉਹ ਘਰ ਹੈ ਉੱਥੇ ਪਾਣੀ ਪਈ ਜਾਂਦਾ, ਜੇ ਆਹ ਘਰ ਇੱਥੇ ਪਾਣੀ ਪਈ ਜਾਂਦਾ ਵਾ। 4 ਸਵੇਰੇ ਦਾ ਰਿਸੀਵਰ ਅਜੇ ਤੱਕ ਨਹੀਂ ਕਿਸੇ ਕੀਤਾ। ਸਿਰਫ ਇਹ ਰਿਸੀਵਰ 1 ਮਹੀਨੇ ਦੇ ਵਿੱਚ ਪੈਂਦੇ ਆ। ਜਿਵੇਂ ਹੁਣ ਵੋਟਾਂ ਆ ਗਈਆਂ ਤੇ ਹੁਣ ਮਹੀਨੇ 'ਚ ਪੈ ਜਾਣੇ ਆ। ਉਦੋਂ ਬਾਅਦ ਕਿਸੇ ਵੀ ਆ ਕੇ ਇੱਥੇ ਨਹੀਂ ਪੁੱਛਣਾ ਵੀ ਤੁਸੀਂ ਜਿਉਂਦੇ ਜੇ ਮਰ ਗਏ ਜੇ। ਪਰ ਕਾਰਨ ਇਹੋ ਹੀ ਕਿ ਇੱਕ ਪਾਰਟੀ ਬਾਜੀ ਬਣ ਕੇ 2 ਵਿਰੋਧੀ ਪਾਰਟੀਆਂ, ਅਕਾਲੀ ਦਲ ਔਰ ਕਾਂਗਰਸ। ਤੀਜੀ ਪਾਰਟੀ ਸ਼ੁਗਰ ਹੈ ਜਿਹੜੀ ਤੀਜੀ ਪਾਰਟੀ ਹੈ, ਉਹਦੇ ਨਾਲ ਆਮ ਸਮਾਜ ਦਾ ਜਿਹੜਾ ਮਾਣਿਆ ਬਦਲਿਆ ਹੈ ਕਿ ਚਲੋ ਜੇ ਇਹਨਾਂ ਨੂੰ ਵੇਖ ਲਿਆ ਤੇ ਇਸ ਪਾਰਟੀ ਦੇ ਨਾਲ ਅਸੀਂ ਜੁੜ ਕੇ ਵੇਖੀਏ ਕਿ ਸਾਡੇ ਪਿੰਡ ਦਾ ਭਲਾ ਹੋ ਜਾਏ। ਤੇ ਅਸੀਂ ਇਹਨਾਂ ਬਿਮਾਰੀਆਂ ਤੋਂ, ਐਜੂਕੇਸ਼ਨ ਸਕੂਲ ਆ ਸਾਡਾ, ਅਜੇ ਤੱਕ ਕਿਸੇ ਵੀ ਜਾ ਕੇ ਮੋਹਤਬਾਰ ਬੰਦੇ ਨੇ ਪੁੱਛਿਆ ਵੀ ਇੱਥੇ ਟੀਚਰ ਕਿੰਨੇ ਆ। ਸਾਡਾ ਸਰਕਾਰੀ ਇੱਕ ਡੰਗਰਾਂ ਦਾ ਹਸਪਤਾਲ ਹੈ, ਉਹਦੇ ਵਿੱਚ ਇੱਕ ਹੀ 4 ਕਲਾਸ ਆਦਮੀ ਘੁੰਮਦਾ ਰਹਿੰਦਾ ਹੈ। ਕਦੀ ਕਿਸੇ ਨੇ ਪੁੱਛਿਆ ਵੀ ਡਾਕਟਰ ਆ। ਇੱਕ ਗਰੀਬ ਆਦਮੀ ਇੱਕ ਡੰਗਰ ਨੂੰ ਟੀਕਾ ਲਵਾਉਣ ਵਾਸਤੇ ਪੈਸੇਦਾਰ ਪੁੱਛਦਾ। ਸਤਿ ਸ਼੍ਰੀ ਅਕਾਲ ਜੀ। ਕਿਹੜਾ ਪਿੰਡ ਜੀ? ਕਲਸੀਆਂ ਕਲਾਂ ਜੀ। ਬੱਚੇ ਨੂੰ ਲੈ ਕੇ ਕਿਤੇ ਦੁਕਾਨ ਤੇ ਚੀਜ਼ੀ ਖਾਣ ਚੱਲੇ ਜੀ? ਹਾਂਜੀ ਹਾਂਜੀ ਹਾਂਜੀ, ਜਿੱਦ ਕਰਨੇ ਆਦਾ ਚੀਜ਼ੀ ਖਾਣੀ ਹੈ। ਤੇ ਫਿਰ ਕੀ ਕਾਰੋਬਾਰ ਕਰਦੇ ਜੀ? ਡੇਅਰੀ ਦਾ ਜੀ ਆਪਣਾ। ਵੈਸੇ ਕਿਤੇ ਬਦਲਦਾ ਇਰਾਦਾ ਵੈਸੇ ਆਣਾ ਇਹਨਾਂ ਪਹਿਲਾਂ ਪਤਾ ਹੀ ਹੈ ਜਿਹੜੀਆਂ ਮਲਾਈਆਂ ਨੇ ਤੇ ਖਾ ਗਏ ਸਾਰੀਆਂ ਪੰਜਾਬ ਦੀਆਂ ਲਾ ਕੇ। ਤੇ ਅਕਾਲੀ ਦਲ ਨੇ ਵੀ ਤੇ ਕਾਂਗਰਸ ਨੇ ਵੀ ਜੋ ਮਲਾਈ ਸੀ ਪੰਜਾਬ ਦੀ ਸਾਰੀ ਜੋ ਵੀ ਹੈਗੀ ਸਾਰੀ ਖਾ ਗਏ। ਹੁਣ ਤੇ ਬਚਿਆ ਵੀ ਕੁਛ ਨਹੀਂ ਗਾ। ਹੁਣ ਤੇ ਤਾਂ ਕਰਕੇ ਸੋਚਦੇ ਵੀ ਜਿਹੜਾ ਕੋਈ ਮਾੜਾ ਮੋੜ ਬਚਿਆ ਤੇ ਉਹ ਗਾਂ ਬਚਾ ਲਈਏ ਬੱਚਿਆਂ ਵਾਸਤੇ। ਅੱਛਾ, ਤੇ ਪਿੰਡ ਦੇ ਕਿਵੇਂ ਕੰਮਕਾਰ ਹੋਏ? ਪਿੰਡ ਦਾ ਤੁਸੀਂ ਐਂ ਦੀ ਲੰਘ ਕੇ ਵੇਖ ਲਓ, ਬਹੁਤ ਬੜਾ ਤਕੜਾ ਵਿਕਾਸ ਹੋਇਆ ਹੀ ਕੁਛ ਨਹੀਂ ਭਾਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂ, ਹੁਣ ਆ ਜੀ ਪਾਰਟੀ ਝਾੜੂ। ਜਾਨੀ ਕਿ ਐਤਕੀ ਬਦਲ ਦੇਣਾ ਹੈ? ਬਦਲ ਦੇਣੀ ਹੈ ਸਰਕਾਰਾਂ, ਝਾੜੂ ਸਰਕਾਰ ਲਿਆਉਣੀ ਆ। ਸਤਿ ਸ੍ਰੀ ਅਕਾਲ ਜੀ। ਪਾਰਟੀ ਬਦਲਾਂਗੇ। ਤੇ ਕੀ ਮਤਲਬ ਉਹ ਪਹਿਲੀਆਂ ਜਿਹੜੇ ਹੋਲਸੇਲਰ ਸੀਗੇ ਉਹਨਾਂ ਨੇ ਸੌਦਾ ਚੰਗਾ ਨਹੀਂ ਵੰਡਿਆ? ਨਹੀਂ, ਉਹ ਠੱਗ ਸੀ ਜੀ। ਮੌਕਾ ਦੀ ਇਹਨਾਂ ਨੂੰ ਗਏ। ਇਹ ਜੀ ਮਿਸਤਰੀ ਦਾ ਕੰਮ ਕਰਦਾ ਜੀ। ਤੇ ਮਿਸਤਰੀ ਦਾ ਕੰਮ ਕਰਦੇ ਜੇ ਤੇ ਇੱਕ ਹੁਣ ਪਲਸਤਰ ਹੋਣਾ ਵਾ ਕੋਠਾ 20 ਤਰੀਕ ਨੂੰ, ਤੇ ਉਹਦੇ 'ਚ ਮਤਲਬ ਜਿਹੜਾ ਵਾ ਪਲਸਤਰ ਆ ਉਹ ਕਿਹੜੀ ਪਾਰਟੀ ਵੱਲ ਨੂੰ? ਝਾੜੂ। ਤੇ ਕਿਹੜੀ ਫਿਰ ਐਤਕੀ ਪਾਰਟੀ ਦੀ ਫਸਲ ਬੀਜਣੀ ਆ? ਇਹ ਜੀ ਵੇਖੋ ਦਿਨ ਆਉਣਗੇ ਪਤਾ ਲੱਗੂ, ਹਾਲੇ ਕੋਈ ਨਹੀਂ ਕਹਿ ਸਕਦਾ। 5 ਸਾਲਾਂ ਵਾਸਤੇ ਬੀਜਦੇ ਜੇ ਨਾ, ਜਿਹੜੀ ਮਤਲਬ ਸਰਕਾਰ ਦੀ ਫਸਲ ਹੁੰਦੀ ਆ ਲੋਕਤੰਤਰ ਦੀ, ਉਹ ਹੁਣ 20 ਤਰੀਕ ਨੂੰ ਮਤਲਬ ਮੇਰਾ ਦਾ ਵੱਤਰ ਆ ਗਈ ਆ ਪੈਲੀ, 20 ਤਰੀਕ ਨੂੰ ਤਾਂ ਉਹ ਬੀਜਣੀ ਆ। ਕਾਹਦਾ ਛੱਟਾ ਦੇਣਾ? ਕੱਲ ਕਹਿੰਦਾ ਤੁਹਾਨੂੰ ਕਿਹੜਾ ਮਤਲਬ ਕਿਹੜੀ ਪਾਰਟੀ ਜਿਹੜੀ ਤੁਹਾਨੂੰ ਲੱਗਦਾ ਆ ਕਿ ਤੁਹਾਡੇ ਸੁਪਨਿਆਂ ਤੇ ਖਰੀ ਉਤਰ ਸਕਦੀ? ਇਹੀ ਤਾਂ ਨੇ, ਇਹੋ ਹੀ ਝਾੜੂ ਹੀ ਉਤਰ ਸਕਦੀ। ਇਹ ਗਲੀਆਂ ਨਾਲੀਆਂ ਤੁਹਾਨੂੰ ਪਤਾ ਇੰਨਾ ਚਿਰ ਕਿਸੇ ਨੇ ਬਣਾਈਆਂ ਨਹੀਂ, ਖਾ ਹੀ ਜਾਂਦਾ ਜਿਹੜਾ ਬੰਦਾ ਖਾਂਦਾ ਹੀ ਰਹਿੰਦਾ। ਇਸ ਲਈ ਅਸੀਂ ਐਰਕੀ ਤਾਂ ਆਮ ਆਦਮੀ ਪਾਰਟੀ ਵਾਲੇ ਠੋਕੀਆਂ ਜੀ। ਜਿਹੜਾ ਕਿ ਆਉਂਦਾ ਉਹ ਆਪਦੇ 5 ਸਾਲ ਕੱਢ ਕੇ ਗਾਹ ਜਾਂਦਾ। ਕੰਮ ਤਾਂ ਉੱਥੇ ਦਾ ਉੱਥੇ ਹੀ ਹੈ। ਕੀ ਮਤਲਬ ਤੁਸੀਂ ਚਾਹੁੰਦੇ ਜੇ ਕਿ ਬਦਲਾਅ ਹੋਣਾ ਚਾਹੀਦਾ? ਬਦਲਾਅ ਹੋਣਾ ਹੀ ਹੈ ਕਿ ਉਹ ਤਾਂ ਦੀਦੇ ਹੀ ਆ, ਹੋ ਹੀ ਜਾਣਾ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹੋਰ ਕੀ ਹਾਲ ਜੀ? ਬਸ ਜੀ ਠੀਕ ਠਾਕ। ਵੋਟ ਬਣੀ ਆ? ਨਹੀਂ ਭਾਜੀ, ਅਸੀਂ ਤਾਂ ਛੋਟੇ ਜਿਹੇ ਬੱਚੇ ਹਲੇ। ਪੰਜਾਬ ਦੇ ਵਿੱਚ
ਕਾਲੀ ਆ ਕਾਂਗਰਸ ਆ ਕਿੰਨਾ ਚਿਰ ਰਹੀਆਂ ਸਰਕਾਰਾਂ, ਕੋਈ ਵੀ ਕਿਸੇ ਨੇ ਸੁਣੀ, ਕਿਸੇ ਦੀ ਕੋਈ ਵੀ ਨਹੀਂ ਕਿਸੇ ਨੇ ਸੁਣੀ ਹੈਗੀ। ਤੇ ਗਰੀਬਾਂ ਦੀ ਤਾਂ ਖਾਸ ਕਰਕੇ ਕੋਈ ਨਹੀਂ ਸੁਣਦਾ। ਨਸ਼ਾ ਬਹੁਤ ਜ਼ਿਆਦਾ ਖਿਲਰ ਗਿਆ ਆਪਣੇ। ਜਿਹੜੀਆਂ ਬੀਬੀਆਂ ਨੇ ਉਹ ਰੋਂਦੀਆਂ ਪਈਆਂ, ਮਾਵਾਂ ਰੋਂਦੀਆਂ, ਭੈਣਾਂ ਰੋਂਦੀਆਂ ਵਾ, ਧੀਆਂ ਰੋਂਦੀਆਂ ਵਾ। ਜਿਨ੍ਹਾਂ ਦੀਆਂ ਦੁਖੀ ਉਹਨਾਂ ਦੀਆਂ ਦੁਖੀਆਂ, ਕਿਸੇ ਨੂੰ ਕੀ ਪਤਾ ਵਾ ਕੀ ਬਣਦਿਆ ਵਾ। ਫਿਰ ਪਿੰਡਾਂ ਦੇ ਵਿੱਚ ਕੋਈ ਵਿਕਾਸ ਨਹੀਂ ਹੋਇਆ। ਐਰ ਕਿ 5 ਸਾਲ 'ਚ ਕੋਈ ਵਿਕਾਸ ਨਹੀਂ ਪਿੰਡਾਂ 'ਚ ਹੋਇਆ। ਕੀ ਇਹਦਾ ਹੱਲ ਅਸੀਂ ਤੇ ਇਹੋ ਕਹਿੰਦੇ ਵੀ ਆਉਣ ਵਾਲੀ ਸਰਕਾਰ ਵਧੀਆ ਆਵੇ, ਨਸ਼ਾ ਬਿਲਕੁਲ ਪਿੰਡ 'ਚੋਂ ਮੁਕਤ ਹੋ ਜਾਣ। ਜਿਹੜੇ ਬੱਚੇ ਬੇਰੁਜ਼ਗਾਰ ਤੁਰੇ ਫਿਰਦੇ ਇਹਨਾਂ ਨੂੰ ਕੋਈ ਨੌਕਰੀ ਦਿੱਤੀ ਜਾਵੇ, ਕੋਈ ਪ੍ਰਾਈਵੇਟ ਕੰਪਨੀ ਖੋਲੀ ਜਾਵੇ, ਕਿਸੇ ਦੀ ਧੀ ਕੋਈ ਕੰਮ ਕਰੇ, ਕਿਸੇ ਦਾ ਪੁੱਤ ਕੰਮ ਕਰੇ। ਜਿਹੜੀ ਇੰਨਾ ਬੇਰੁਜ਼ਗਾਰੀ ਹੈ, ਨਸ਼ਾ ਵਧਣ ਦਿਆ, ਇਹ ਨਾ ਵਧੇ। ਮੈਂ ਤਾਂ ਵੀਰ ਜੀ ਇਹ ਕਹਿੰਦੀ ਵੀ 46 ਸਾਲ ਦੀ ਮੇਰੀ ਉਮਰ ਹੋ ਗਈ ਆ। 46 ਸਾਲ ਦੀ ਉਮਰ ਹੋ ਗਈ, ਬਸ ਕਾਂਗਰਸ ਕਾਲੀ, ਪਰ ਸੁਣਿਆ ਕਿਸੇ ਨੇ ਕਿਸੇ ਦੀ ਨਹੀਂ ਸੁਣੀ। ਤੁਸੀਂ ਚਾਹੁੰਦੇ ਜੇ ਬਦਲਾਅ ਹੋਣਾ ਚਾਹੀਦਾ? ਹਾਂ, ਇਹੋ ਕਿੰਨੇ ਵੀ ਬਦਲਾਅ ਹੋਣਾ ਚਾਹੀਦਾ ਹੈ ਕਿ ਕਾਲੀਆਂ ਦੀ ਸਰਕਾਰ ਰਹੀ ਆ, ਉਹਨਾਂ ਨੇ ਮੁੱਦੇ ਬਹੁਤ ਵਧੀਆ ਹੱਲ ਕੀਤੇ ਆ। ਵਿਰਸਾ ਸਿੰਘ ਵਲਟੋਈਆ ਨੇ ਡਿਗਰੀ ਕਾਲਜ ਲੈ ਕੇ ਆਂਦਾ ਇੱਥੇ ਆਪਣੇ ਹਲਕੇ ਦੇ ਵਿੱਚ। ਹੋਰ ਵੀ ਉਹਨਾਂ ਨੇ ਬਹੁਤ ਵਧੀਆ ਕੰਮ ਕੀਤੇ ਇੱਥੇ, ਕੋਈ ਉਹਨਾਂ ਮਾੜਾ ਕੰਮ ਕੋਈ ਕੀਤਾ ਨਹੀਂਗਾ। ਬਹੁਤ ਵਧੀਆ ਇੱਥੇ ਜਿਸ ਤਰ੍ਹਾਂ ਪਿੰਡਾਂ ਦਾ ਵਿਕਾਸ ਅੱਜ ਤੋਂ 5 ਸਾਲ ਪਹਿਲਾਂ ਹੋਇਆ। ਗਲੀ ਜਿਹੜੀ ਬਣੀ ਆ ਇਹ ਸਾਡੇ ਬਲਵਿੰਦਰ ਸੋਹਣਾ ਸਰਪੰਚ ਹੋਣਾ ਬਣਾਈ ਸੀ ਤੇ ਵਿਰਸਾ ਹੁੰਦੀ ਸਰਕਾਰ ਦੇ ਵਿੱਚ ਹੀ ਬਣੀ ਆ। ਹਾਂਜੀ, ਤੇ ਹੁਣ ਤਾਂ ਸ਼ਾਇਦ ਗਲੀ ਦਾ ਬਹੁਤ ਮੰਦਾ ਹਾਲ ਹੈ, ਅਸੀਂ ਪਿੱਛੋਂ ਵੇਖ ਕੇ ਆਏ ਆ, ਖਰਾਬ ਆ। ਉੱਥੇ ਜਿਹੜਾ ਮੰਦਾ ਹਾਲਤ ਹੋਈ ਆ ਉਹ ਮੰਨ ਕੇ ਚਲੋ ਵੀ ਹੁਣ ਮਿੱਟੀ ਮੁੱਟੀ ਪਾਉਣ ਦੇ ਮੁੰਡੇ ਜਾਂ ਕਿਸ ਤਰ੍ਹਾਂ ਵੀ ਆ। ਪਹਿਲਾਂ ਅਸੀਂ ਦੇ ਰਹੇ ਵੀ ਹੁਣ ਜਿਹੜੀ ਨਵੀਂ ਆਉਣੀ ਆ ਸਰਕਾਰ ਸ਼ਾਇਦ ਉਹ ਸਾਡੇ ਭਾਅ ਦੀ ਚੰਗੀ ਆਊਗੀ। ਜਾਨੀ ਕਿ ਬਦਲਾਅ ਚਾਹੁੰਦੇ ਜੀ? ਹਾਂਜੀ। ਬਾਪੂ ਜੀ ਕਿੰਨੀ ਉਮਰ ਹੋ ਗਈ ਆ? ਬਥੇਰੀ ਉਮਰ ਹੋ ਗਈ ਆ, 90 ਸਾਲ। ਹਾਂ, 90 ਸਾਲ ਦੇ ਵਿੱਚ ਬੜਾ ਕੁਝ ਵੇਖਿਆ। ਆਹੋ। ਤੇ ਸਰਕਾਰਾਂ ਵੀ ਕਈ ਹੰਡਾਈਆਂ ਹੈ ਤੇ ਵੰਡ ਵੇਖੀ ਆ? ਹਾਂ। ਉਦੋਂ ਕਿੰਨੀ ਕੁ ਉਮਰ ਸੀ ਵੰਡ ਵੇਲੇ? ਉਹ ਤਾਂ ਚੰਗੀ ਸਰਕਾਰ ਸੀ ਅੰਗਰੇਜ਼ਾਂ ਦੀ, ਬਹੁਤ ਵਧੀਆ। ਉਹ ਇਹਦੇ ਨਾਲੋਂ ਚੰਗੀ ਸਰਕਾਰ ਸੀ ਕਿਤੇ। ਅੱਛਾ, ਬਹੁਤ ਲੋਕਾਂ ਨੂੰ ਸੌਖਿਆ ਰੱਖਦੇ। ਤੇ ਫਿਰ ਤੁਸੀਂ ਵੰਡ ਦੀ ਵੀ ਵੇਖੀ ਆ, ਉਹ ਤੋਂ ਬਾਅਦ ਦੀਆਂ ਸਰਕਾਰਾਂ ਵੀ ਵੇਖੀਆਂ। ਹੁਣ ਫਿਰ 20 ਤਰੀਕ ਨੂੰ ਮਤਲਬ ਵੋਟਾਂ ਆ ਰਹੀਆਂ ਨੇ, ਤੇ ਕੀ ਸੋਚ ਕੇ ਐਤਕੀ ਵੋਟ ਪਾਉਣੀ ਆ? ਕਿ ਜਿਹੜੀਆਂ ਅੱਗੇ ਸਰਕਾਰਾਂ ਨੇ ਆ ਇਹ ਤਾਂ ਆਪਦੇ ਘਰ ਹੀ ਭਰੀ ਗਈਆਂ। ਅੰਗ ਸਾਗ ਭਰਤੇ ਆ, ਗੱਡੀਆਂ ਬਣਾ ਲਈਆਂ, ਪੈਲੀਆਂ ਲੈ ਲਈਆਂ, ਤੇ ਮਾੜਿਆਂ ਨੂੰ ਇਹਨਾਂ ਪੁੱਛਿਆ ਹੀ ਨਹੀਂ। ਆ ਸੋਚਦੇ ਤਾਂ ਅਸੀਂ ਇੱਧਰ ਪਾਉਣੀਆਂ ਭਗਵੰਤ ਆ ਜਿਹੜਾ ਝਾੜੂ ਵਾਲਾ, ਆਮ ਆਦਮੀ ਝਾੜੂ। ਹੱਕ ਤਾਂ ਕਿਸਾਨਾਂ ਨੂੰ ਬਣਦਾ ਸੀ, ਪਰ ਲੋਕਾਂ ਦਾ ਨਹੀਂ। ਅਸੀਂ ਫਿਰ ਅਕਾਲੀ ਦਲ ਨੂੰ ਪਾਉਣੀਆਂ। ਠੀਕ ਹੈ ਜੀ। ਯਾਨੀ ਕਿ ਤੁਹਾਡੇ ਮੁਤਾਬਕ ਅਕਾਲੀ ਦਲ ਉਹ ਤੁਹਾਡੀਆਂ ਆਸਾਂ ਤੇ ਖਰਾ ਉਤਰ ਸਕਦਾ? ਅੱਗੇ ਉਤਰਦਾ ਹੀ ਰਿਹਾ ਜਿੰਨੇ ਜੋਗਾ ਹੈਗਾ ਹੈ। ਬਾਕੀ ਸਾਰੀਆਂ ਪਾਰਟੀਆਂ ਬਾਹਰੋਂ ਕਮਾਂਡ ਹੁੰਦੀਆਂ ਨੇ। ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਆ ਜਿਹੜਾ ਪੰਜਾਬ ਦਾ ਭਲਾ ਕਰ ਸਕਦੀ, ਤੇ ਪਹਿਲਾਂ ਵੀ ਕੀਤਾ ਆ। ਤੱਥਾਂ ਦੇ ਆਧਾਰ ਤੇ ਭਾਵੇਂ ਸੋਚ ਲਓ, ਭਾਵੇਂ ਸਾਰੇ ਕੰਮਾਂ ਦੇ ਆਧਾਰ ਤੇ ਸੋਚ ਲਓ। ਸਾਡੇ ਪਿੰਡ ਦੀ ਸਭ ਤੋਂ ਵੱਡੀ ਦਾਤ ਬਿਜਲੀ ਘਰ ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਆਇਆ। ਸਾਡੇ ਸਕੂਲ ਦੀ ਤੁਸੀਂ ਬਿਲਡਿੰਗ ਚੈੱਕ ਕਰ ਸਕਦੇ ਜੇ, ਸਰਕਾਰੀ ਸਕੂਲ ਦੀ, ਉਹ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਆਈ। ਚਲੋ ਕਈ ਕੰਮ ਰਹਿ ਵੀ ਜਾਂਦੇ ਨੇ, ਜਿੱਡੇ ਵੱਡੇ ਤਰੀਕੇ ਨਾਲ ਚੱਲਦਾ ਹੈ ਕੰਮ। ਖੇਤਾਂ ਦੇ ਰਸਤੇ ਪਿਛਲੀ ਵਾਰ ਅਕਾਲੀ ਦਲ ਨੇ ਸਰਕਾਰ ਦੇ ਵੇਲੇ ਮੇਰੇ ਖਿਆਲ ਨਾਲ ਜਿਉਂ ਤੋਂ ਬੈਂਕਾਂ ਬਣੀਆਂ ਨੇ, ਪਹਿਲੀ ਵਾਰ ਇਦਾਂ ਹੋਇਆ ਹੋਊਗਾ ਵੀ ਖੇਤਾਂ ਦੇ ਰਸਤੇ ਪੱਕੇ ਹੋਏ ਹੋਣਗੇ ਤੇ ਖੇਤਾਂ ਦੇ ਵਿੱਚ 24 ਘੰਟੇ ਬਿਜਲੀ ਪਹੁੰਚੀ ਹੋਊਗੀ। ਜ਼ਿਮੀਂਦਾਰਾਂ ਦੇ ਬਿੱਲ ਮਾਫ ਨੇ। ਇਹ ਆ ਜ਼ਿਮੀਂਦਾਰਾਂ ਵਾਸਤੇ, ਸਾਡੇ ਵਾਸਤੇ ਜਿਹੜੀਆਂ ਸਕੀਮਾਂ ਬਾਦਲ ਸਾਹਿਬ ਨੇ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਜੇ ਆਪਾਂ ਵੇਖੀਏ ਹਰ ਕੋਈ ਸਕੀਮ ਕੋਈ ਵੀ ਵੇਖ ਲਈਏ, ਇੱਕ ਵੀ ਸਕੀਮ ਗਿਣਾ ਦੇ ਕੋਈ ਦੂਜੀ ਪਾਰਟੀ ਨੇ ਸ਼ੁਰੂ ਕੀਤੀ ਹੋਵੇ ਜਾਂ ਕੋਈ ਸ਼ੁਰੂ ਕਰਨ ਦੀ ਕੋਈ ਉਹਨਾਂ ਨੇ ਰੱਖੀ ਹੋਵੇ ਵੀ ਅਸੀਂ ਆਹ ਚੀਜ਼ ਅਸੀਂ ਨਵੀਂ ਪੰਜਾਬ ਦੇ ਵਿੱਚ ਕਰਾਂਗੇ। ਜਿਹੜੀ ਪਾਰਟੀ ਆਈ ਆ ਬਾਦਲ ਸਾਹਿਬ ਦੀਆਂ ਸ਼ੁਰੂ ਕੀਤੀਆਂ ਸਕੀਮਾਂ ਦੇ ਵਿੱਚ ਹੀ ਕੋਈ ਨਾ ਕੋਈ ਚੀਜ਼ ਐਡ ਆਨ ਕਰਕੇ ਉਹਨੂੰ ਪ੍ਰਫੁੱਲਿਤ ਕਰ ਰਹੀ ਵੀ ਅਸੀਂ ਇਹ ਲਾਗੂ ਕਰਾਂਗੇ। ਪਰ ਨਵੀਂ ਸਕੀਮ ਸਿਰਫ ਬਾਦਲ ਸਾਹਿਬ ਨੇ ਲਾਗੂ ਕੀਤੀ, ਤੇ ਉਸ ਤੋਂ ਬਿਨਾਂ ਹੋਰ ਕੋਈ ਵੀ ਪਾਰਟੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ। ਜਾ ਕੇ ਬਿਜਲੀ ਦੀ ਲਾਈਨ ਸਮਾਪਤ ਹੋਵੇ, ਉਸੇ ਪਿੰਡ ਦੇ ਨਾਂ ਤੇ ਫੀਡਰ ਦਾ ਨਾਂ ਰੱਖਿਆ ਜਾਂਦਾ। ਆ ਵੇਖ ਲਓ ਗਲੀ ਤੇ ਕੱਚੀ ਪਈ ਆ। ਅੱਛਾ, ਯਾਨੀ ਕਿ ਕਾਰੋਬਾਰ ਕੰਮ ਨਹੀਂ ਹੋਇਆ ਵਿਕਾਸ ਦਾ? ਨਹੀਂ ਹੋਇਆ ਜੀ। ਤੇ ਫਿਰ ਪਾਰਟੀ ਕਿਹੜੀ ਨੂੰ ਐਤਕੀ ਮਤਲਬ ਜਿਹੜਾ ਵਾ ਸਮਰਥਨ ਆ? ਮੈਂ ਤਾਂ ਇਹਦੇ ਆਮ ਪਾਰਟੀ ਚੱਲਣ ਦੀ ਅੱਗੇ। ਹੁਣ ਨਵੀਂ ਪਾਰਟੀ ਨੂੰ ਕਿਹਨੂੰ ਪਾਵਾਂਗੇ ਜਿਹੜਾ ਕੁਝ ਬਣਾਊਗਾ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਘਰੇਲੂ ਕੰਮ ਕਰਦੇ ਜਾਂ ਸਰਵਿਸ ਕਰਦੇ ਕੋਈ? ਨਹੀਂ, ਘਰੇਲੂ ਕੰਮ ਕਰੀਦਾ। ਭੈਣ ਜੀ, ਤੁਸੀਂ ਘਰੇਲੂ ਕੰਮਾਂ ਕਾਰਾਂ ਦੇ ਵਿੱਚੋਂ ਟਾਈਮ ਕੱਢ ਕੇ ਗੁਰਦੁਆਰਾ ਸਾਹਿਬ ਆਏ ਲੱਗਦੇ? ਹਾਂਜੀ। ਇਹ ਝਾੜੂ ਵਾਲੀ ਪਾਰਟੀ ਤੇ ਕੁਝ ਵੀ ਨਜ਼ਰ ਆਉਂਦਾ ਪਿਆ ਵੀ ਕੁਝ ਕਰਨਗੇ। ਤੇ ਕਿਹੜੀ ਪਾਰਟੀ ਜਿਹੜੀ ਆ ਤੁਹਾਡੀਆਂ ਛਾਵਾਂ ਤੇ ਖਰਾ ਉਤਰ ਸਕਦੀ? ਜੀ ਕਰਦੇ ਆ ਮਸ਼ਵਰਾ ਬਜ਼ੁਰਗਾਂ ਨਾਲ। ਇਹ 20 ਸਾਲ ਹੋ ਗਏ, 20-25 ਸਾਲ ਹੋ ਗਏ ਵੋਟਾਂ ਮੇਰੀ ਵੋਟ ਬਣੀ ਨੂੰ, ਤੇ 20-25 ਸਾਲ ਹੀ ਹੋ ਗਏ ਨਾ ਪਾਉਂਦੇ ਨਾ। ਕਾਂਗਰਸ ਵੀ ਜਾਂਦੀ ਆ, ਕਾਲੀਆਂ ਸਰਕਾਰ ਵੀ ਰਹੀ ਆ 10 ਸਾਲ, ਨਾ ਉਹਨਾਂ ਕਾ ਕੀਤਾ। ਵੇਖ ਲਓ ਵਾਣੀਆਂ, ਵੇਖ ਲਓ
ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਹਾਡਾ ਕੀ ਵਿਚਾਰ ਹੈ ਜੀ, ਕਿਹੜੀ ਪਾਰਟੀ ਜਿਹੜੀ ਆ ਤੁਹਾਡੀਆਂ ਉਮੀਦਾਂ ਦੇ ਖਰਾ ਉਤਰ ਸਕਦੀ? ਸਾਡੀਆਂ ਉਮੀਦਾਂ ਤੇ ਖੜੀ ਉਤਰ ਸਕਦੀ ਵੀ ਆਮ ਪਾਰਟੀ ਜਿਹੜੀ ਨਾ ਉਹ ਖੜੀ ਉਤਰ ਸਕਦੀ ਹੈ, ਕਿਉਂਕਿ ਪਹਿਲਾਂ ਦੋ ਪਾਰਟੀਆਂ ਸੀ ਜਿਹੜੀਆਂ ਮੰਨ ਲਓ 70 ਸਾਲ ਤੋਂ ਲੈ ਕੇ ਖਾ ਰਹੀਆਂ, ਮੰਨ ਲਓ ਕਾਂਗਰਸ ਤੇ ਅਕਾਲੀ। ਜੇ ਮੰਨ ਲਓ ਅਕਾਲੀ ਆ ਤੇ ਉਹਨਾਂ ਨੇ ਕੱਖ ਨਹੀਂ ਬਣਾਇਆ, ਜੇ ਹੁਣ ਮੰਨ ਲਓ ਉਹਨਾਂ ਨੂੰ ਛੱਡ ਕੇ ਕਾਂਗਰਸ ਲੈ ਤੁਰੇ ਤੇ ਕਾਂਗਰਸ ਦਾ ਬੇੜਾ ਉਦੋਂ ਵੀ ਜ਼ਿਆਦਾ ਗਰਕ ਹੋ ਗਿਆ, ਕਿਉਂਕਿ ਉਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ। ਜੋ ਸਾਡੇ ਪਿੰਡ ਦੇ ਸਰਪੰਚ ਆ ਝੋਲਾ ਚੁੱਕ ਹੈਗੇ ਆ, ਉਹ ਇਹ ਵੀ ਝੋਲਾ ਚੁੱਕ ਕੇ ਤੇ ਲੈ ਜਾਂਦੇ ਆ, ਪੈਸੇ ਦਾ ਭਰ ਕੇ ਤੇ ਸਰਪੰਚ ਬਣ ਕੇ ਆ ਜਾਂਦੇ ਆ। ਜਿਹੜੀ ਆਮ ਆਦਮੀ ਪਾਰਟੀ ਆ, ਸਾਨੂੰ ਇਹਨਾਂ ਤੋਂ ਪੂਰੀ ਆਸ ਆ ਵੀ ਇਹ ਜਿਹੜਾ ਸਰਪੰਚ ਆ ਉਹ ਪਿੰਡ ਦੇ ਮੰਨ ਲਓ ਵਿਕਾਸ ਦੇ ਹਿਸਾਬ ਨਾਲ ਚੁਣਿਆ ਜਾਊਗਾ। ਪਿੰਡ ਦੇ ਲੋਕ ਜੋ ਕਹਿਣਗੇ ਵੋਟਾਂ ਪਾ ਕੇ ਸਰਪੰਚ ਬਣਨਾ ਚਾਹੀਦਾ, ਫਿਰ ਸਾਡੇ ਪਿੰਡ ਦਾ ਵਿਕਾਸ ਹੋ ਸਕਦਾ ਹੈ। ਬਾਕੀ ਤੁਸੀਂ ਦੇਖਿਆ ਹੀ ਆ, ਮੰਨ ਲਓ ਆਸੇ-ਪਾਸੇ ਕੋਈ ਵਿਕਾਸ ਨਹੀਂ ਹੈਗਾ ਸਾਡੇ ਪਿੰਡ ਦਾ, ਕਿਸੇ ਨੇ ਕੁਝ ਨਹੀਂ ਬਣਾਇਆ, ਨਾ ਅਜੇ ਤੱਕ ਕੁਝ ਕੀਤਾ ਹੀ ਹੈ। ਤੁਸੀਂ ਬੜਾ ਵੱਡਾ ਇਲਜ਼ਾਮ ਲਾਉਂਦੇ ਜੇ ਵੀ ਮਤਲਬ ਪੈਸੇ ਦੇ ਕੇ ਮੁੱਲ ਬੰਦੇ। ਸਾਨੂੰ ਹੁਣੇ ਮਿਲੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਜਿਹੜੇ ਸਰਪੰਚ ਰਹੇ ਨੇ, ਉਹਨਾਂ ਦਾ ਬੇਟਾ ਸਾਬਕਾ ਸਰਪੰਚ ਦਾ, ਉਹ ਤਾਂ ਕਹਿੰਦੇ ਅਸੀਂ ਬੜੇ ਵਿਕਾਸ ਕਰਾਏ ਨੇ, ਅਸੀਂ ਬਿਜਲੀ ਘਰ ਵੀ ਬਣਾਇਆ, ਸਭ ਕੁਝ ਇੱਥੇ ਬਣਾਇਆ। ਬਿਜਲੀ ਘਰ ਮੰਨ ਲਓ ਜੇ ਇੱਕ ਕੰਮ ਕਰ ਲਈਏ ਤੇ ਉਸੇ ਚੀਜ਼ ਨੂੰ ਨਹੀਂ ਆਪਾਂ ਲੈ ਕੇ ਤੁਰੇ ਜਾਂਦੇ। ਜੇ ਉਹਨਾਂ ਨੇ ਮੰਨ ਲਓ ਬਿਜਲੀ ਘਰ ਬਣਾਇਆ ਹੈ ਤੇ ਉਹਨਾਂ ਨੇ 15 ਸਾਲ ਮੰਨ ਲਓ ਸਰਕਾਰ ਵੀ ਉਹਨਾਂ ਦੀ ਚੱਲੀ। ਜੇ ਮੰਨ ਲਓ 5 ਸਾਲ ਦੇ ਵਿੱਚ ਬਿਜਲੀ ਘਰ ਬਣਾਇਆ ਹੁੰਦਾ, ਅਸੀਂ ਦੁਬਾਰਾ ਉਹਨਾਂ ਨੂੰ ਵੋਟਾਂ ਪਾ ਕੇ ਤਿਆਰ ਹਾਂ ਉਹਨਾਂ ਨੂੰ ਬਣਾਉਣ ਵਾਸਤੇ। ਪਰ 15 ਸਾਲ ਉਹਨਾਂ ਦੇ ਕੋਲ ਰਹੀ ਹੈ ਸਰਕਾਰ, ਤੇ 15 ਸਾਲਾਂ ਦੇ ਵਿੱਚ ਬਿਜਲੀ ਘਰ ਇੱਕ ਮਹਿਣਾ ਬਣਾ ਕੇ ਉਹਨਾਂ ਨੇ ਰੱਖ ਦਿੱਤਾ ਵੀ ਅਸੀਂ ਬਿਜਲੀ ਘਰ ਬਣਾਇਆ। ਚਾਹੇ ਅਸੀਂ ਹਸਪਤਾਲ ਬਣਾਇਆ, ਹਸਪਤਾਲ ਦੇ ਵਿੱਚ ਜਾ ਕੇ ਵੇਖ ਲਓ ਕੋਈ ਕੰਧ ਨਹੀਂ ਹੋਈ, ਕੋਈ ਕੁਛ ਨਹੀਂ ਹੋਇਆ, ਕੋਈ ਉੱਥੇ ਡਾਕਟਰ ਨਹੀਂ ਆਉਂਦਾ। ਜੇ ਮੰਨ ਲਓ ਸਾਨੂੰ ਸਹੂਲਤ ਦਿੱਤੀ ਹੈ ਤੇ ਉਹ ਪੂਰੀ ਹੋਣੀ ਚਾਹੀਦੀ ਆ। ਜੇ ਉਹਨਾਂ ਨੇ ਸਾਡਾ ਬਿਜਲੀ ਘਰ ਤੇ ਸਾਨੂੰ ਆਂਦੇ ਬਣਾਇਆ, ਜਦੋਂ ਅਸੀਂ ਮੰਨ ਲਓ ਬੱਤੀ ਬਾਰੇ ਪੁੱਛਦੇ ਤੇ ਸਾਨੂੰ ਇਹ ਪੁੱਛਣਾ ਪੈਂਦਾ ਵੀ ਭਗਵਾਨਪੁਰਾ ਫੀਡਰ ਜਿਹੜਾ ਉਹ ਕਦੋਂ ਚੱਲਣਾ, ਕਿਉਂਕਿ ਉਹ ਕਲਸੀਆਂ ਦੇ ਨਾਂ ਤੇ ਫੀਡਰ ਨਹੀਂ ਚੱਲ ਰਿਹਾ, ਉਹ ਚੱਲ ਰਿਹਾ ਭਗਵਾਨਪੁਰੇ ਦੇ ਨਾਂ ਤੇ। ਪੰਚਾਇਤੀ ਪਹਿਲੀ ਜਿਹੜੀ ਉਹ ਕਲਸੀਆਂ ਨੇ ਦਿੱਤੀ ਆ, ਨਾ ਕਿ ਭਗਵਾਨਪੁਰੇ ਨੇ ਦਿੱਤੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਵੇਖੋ ਜੀ ਮੇਰੇ ਘਰ ਦਾ ਹਾਲਾਤ ਵੇ ਕਿ ਮੈਂ ਗਰੀਬ ਆਦਮੀ, ਵੇਖੋ ਜੀ ਚਿੱਕੜ ਵੱਜੇ ਆ ਗਲੀਆਂ ਦੇ ਵਿੱਚ। ਆ ਵੇਖੋ ਹਾਂਜੀ, ਆ ਵੇਖੋ ਜੀ ਪਾਣੀ ਦਾ ਵਿਕਾਸ ਨਹੀਂ ਕੋਈ ਹੈਗਾ। ਮੀਂਹ ਪੈਂਦਾ ਸਾਡੇ ਘਰ ਪਾਣੀ ਵੜ ਜਾਂਦਾ ਜੀ। ਤੇ ਸਰਪੰਚ ਨੂੰ ਕਦੀ ਆਖਿਆ ਨਹੀਂ? ਆਖਿਆ ਬਥੇਰਾ ਜੀ, ਕੋਈ ਕੰਮ ਨਹੀਂ ਹੋਇਆ ਏ। ਤੇ ਫਿਰ ਹੁਣ ਮਤਲਬ 20 ਤਰੀਕ ਨੂੰ ਵੋਟਾਂ ਆ ਗਈਆਂ ਤੇ ਫਿਰ ਕੀ ਵਿਚਾਰ ਆ? ਇਹ ਵਿਚਾਰ ਜੀ ਆਪਾਂ ਆਮ ਆਦਮੀ ਨੂੰ ਬਾਪੂ ਜੀ ਆ ਕਾਹਦਾ ਟੋਆ ਜਿਹਾ? ਲੈਟਰੀ ਬਣੀ ਆ ਤੇ ਇਹ ਕੰਪਲੀਟ ਕਿਉਂ ਨਹੀਂ ਹੋਈ? ਪਏ ਅੱਧੇ ਮਿਲੇ ਉਹ ਲੱਗ ਗਏ ਆ ਤੇ ਬਾਕੀ ਕਿਸ਼ਤਾਂ ਨਹੀਂ ਮਿਲਦੀਆਂ? ਨਹੀਂ ਜੀ। ਆ ਮਕਾਨ ਤੁਹਾਡਾ ਵਾ? ਹਾਂਜੀ। ਤੇ ਇਹ ਮਕਾਨ ਕੱਚਾ ਬਿਲਕੁਲ? ਚਿੱਪਰਾਂ ਜੀਆਂ ਲਾਈਆਂ ਵਿੱਚ, ਪੱਕੀਆਂ ਵੀ ਨਹੀਂ। ਆ ਤਾਂ ਕੱਚਾ ਹੈ। ਤੇ ਇਹ ਕਿਸੇ ਕੋਲ ਬੇਨਤੀ ਨਹੀਂ ਕੀਤੀ ਸਰਕਾਰ ਬਣਾ ਕੇ ਦਿੰਦੀ? ਕੀਤੀ ਨਹੀਂ ਬਣਾਉਂਦਾ ਕੋਈ। ਤੇ ਫਿਰ ਹੁਣ 20 ਤਰੀਕ ਨੂੰ ਵੋਟਾਂ ਪੈਣੀਆਂ ਵਾ, ਤੇ ਕੀ ਵਿਚਾਰ ਆ ਵੀ ਕਿਹੜੀ ਪਾਰਟੀ ਤੁਹਾਡੇ ਮਕਾਨ ਬਣਾ ਸਕਦੀ? ਝਾੜੂ। ਕੋਈ ਵਿਕਾਸ ਦੇ 5 ਜਿਹੜੇ ਕੰਮ ਆ ਉਹ ਗਿਣ ਕੇ ਦੱਸਿਆ ਜੀ। ਧੰਨਵਾਦ ਜੀ ਤੁਹਾਡਾ, ਜੀ ਆਇਆਂ ਨੂੰ। ਜੀ 5 ਕੰਮ ਗਿਣ ਕੇ ਦੱਸੇ ਕਿ ਜ਼ਿਆਦਾ ਦੱਸ ਦਈਏ ਜੀ? ਜਿੰਨੇ ਕੀਤੇ ਉਹ ਦੱਸ ਦਿਓ। ਅਸੀਂ ਪਿੰਡ ਦੇ ਵਿੱਚ 5,500 ਇੰਟਰਲੌਕ ਟਾਇਲ ਲਾਈ ਹੈ ਜੀ। 5,500 ਫੁੱਟ? 5,500 ਫੁੱਟ। ਆ ਮੇਰੇ ਪਿੰਡ ਦੇ ਲੋਕ ਖਲੋਤੇ, ਇਹਨਾਂ ਨੂੰ ਪੁੱਛ ਲਓ ਬੇਸ਼ੱਕ। 40 ਕੋਠੇ ਆਇਆ ਜੀ, 20 ਕੋਠੇ ਪਾਏ ਆ, ਤੇ 20 ਕੋਠੇ ਅਜੇ ਪਾਉਣ ਵਾਲੇ ਆ, ਤੇ 250 ਫਲੈਸ਼ ਬਣਾਈ ਹੈ ਜੀ। 250 ਫਲੈਸ਼ ਤੇ 80 ਕੋਠੇ ਦਾ ਸ਼ਮਸ਼ਾਨ ਘਾਟ ਬਣਾਇਆ ਜੀ। ਕਿੰਨੇ ਕੰਮ ਹੋ ਗਏ ਆ ਜੀ? 2 ਦੂਜੇ ਲਿੰਕ ਰੋਡ ਬਣਾਏ ਆ ਜੀ, ਇੱਕ ਮੇਰੇ ਘਰ ਨੂੰ ਜਾਂਦਾ, ਇੱਕ ਪਿੰਡ ਦੇ ਵੀਰ ਦੀ। 12.5 ਲੱਖ ਰੁਪਏ ਨਾਲ ਪਾਸ ਹੋਇਆ। ਇੱਕ ਭੁੱਲਰ ਸਾਹਿਬ ਨੇ ਸਾਨੂੰ ਪਿੰਡ ਨੂੰ ਸੜਕ ਦਿੱਤੀ ਹੈ 18 ਫੁੱਟ ਅਲਗੋ ਕੋਠੀ ਤੋਂ ਲੈ ਕੇ ਇੱਥੋਂ ਤੱਕ। 18 ਫੁੱਟ ਦੀ ਸੜਕ ਅਲਗੋਂ ਤੋਂ ਲੈ ਕੇ ਮਰਗਿੰਦਪੁਰੇ ਨੂੰ ਅਟੈਚ ਕੀਤੀ ਹੈ, ਜਿਹਦੇ ਉੱਤੋਂ ਦੀ ਲੰਘਿਆ ਨਹੀਂ ਜਾਂਦਾ। ਉਹ 18 ਫੁੱਟ ਦੀ ਸੜਕ ਬਣ ਰਹੀ ਹੈ ਤੁਹਾਡੇ ਸਾਹਮਣੇ, ਭੁੱਲਰ ਸਾਹਿਬ ਦੀ ਦੇਣ ਹੈ। 2 ਲਿੰਕ ਸੜਕਾਂ ਪਿੰਡ ਨੂੰ ਦਿੱਤੀਆਂ, ਇੱਕ ਸਰਪੰਚ ਦੇ ਘਰ ਨੂੰ ਦਿੱਤੀ ਹੈ, ਤੇ ਇੱਕ ਬਿਜਲੀ ਘਰ ਤੋਂ ਸ਼ੁਰੂ ਕਰਕੇ ਪਿੰਡ ਦੇ ਵਿੱਚ ਦੀ ਕੱਢ ਕੇ ਇੱਥੋਂ ਨਿਕਲਣੀ। 12.5 ਲੱਖ ਰੁਪਈਆ। 12.5 ਲੱਖ ਰੁਪਈਆ ਉਹਦਾ ਵੀ ਪੈ ਕੇ ਮਨਜ਼ੂਰ ਹੋ ਗਿਆ ਹੈ, ਪੱਥਰ ਪੈਣਾ ਸ਼ੁਰੂ ਹੋ ਗਿਆ, ਉਹ ਵੀ ਸੜਕ ਬਣ ਜਾਣੀ ਹੈ। ਉਸ ਤੋਂ ਬਾਅਦ ਸਕੂਲ ਦੇ ਵਿੱਚ 5 ਪ੍ਰੋਜੈਕਟਰ ਆਏ ਆ, ਜਿਹੜੇ 1,70,000 ਦਾ ਇੱਕ ਪ੍ਰੋਜੈਕਟਰ ਆ। ਜਿਹੜੇ ਅਕਾਲੀ ਦਲ ਦੇ ਰਾਜ ਦੇ ਵਿੱਚ 9 ਕੰਪਿਊਟਰ ਚੋਰੀ ਹੋ ਗਏ ਸੀ, ਦੁਬਾਰਾ ਫਿਰ ਡੀਸੀ ਤੋਂ ਮਨਜ਼ੂਰ ਕਰਾ ਕੇ ਮੈਂ ਦੁਬਾਰਾ 9 ਕੰਪਿਊਟਰ ਲਾ ਕੇ ਫਿਰ ਸਕੂਲ ਦੇ ਵਿੱਚ ਲਵਾਏ ਆ। ਇਹ ਗੱਲ ਪੁੱਛ ਲਿਓ ਇਹਨਾਂ ਪਿੰਡ ਵਾਲਿਆਂ ਨੂੰ ਵੀ ਸੱਚ ਬੋਲਦਾ ਕਿ ਝੂਠ। ਉਸ ਤੋਂ ਬਾਅਦ 5 ਕੰਪਿਊਟਰ ਪ੍ਰਾਇਮਰੀ ਵਾਸਤੇ ਫਿਰ ਲਿਆ ਕੇ ਦਿੱਤੇ ਆ। ਬਾਕੀ ਕੋਠੇ ਜਿਹੜੇ ਆ ਉਹ 20 ਪੈ ਚੁੱਕੇ ਆ ਤੇ 20 ਬਕਾਇਆ ਰਹਿੰਦੇ ਆ, ਉਹ ਵੀ ਅਸੀਂ ਪਾਉਣੇ ਆ। 250 ਲੈਟਰਿੰਗ ਆਈ ਸੀ, ਤਕਰੀਬਨ ਕੰਪਲੀਟ ਹੋ ਗਈ, ਕੋਈ ਰਹਿਣ ਨਹੀਂ ਦਿੱਤੀ। ਉਸ ਤੋਂ ਬਾਅਦ ਜਿਹੜਾ ਬਿਜਲੀ ਦਾ ਬਿੱਲ ਆ 1,95,000 1 ਕਰੋੜ ਤੇ 95 ਲੱਖ ਰੁਪਈਆ ਮੇਰੇ ਪਿੰਡ ਦਾ ਹੀ
ਮੇਰੇ ਇਕੱਲੇ ਪਿੰਡ ਦਾ ਮਾਫ ਹੋਇਆ। 3 ਰੁਪਏ ਯੂਨਿਟ ਬਿਜਲੀ ਦੀ ਘਟੀ ਹੈ। ਇਹ ਸਾਰੀਆਂ ਸਾਡੀ ਸਰਕਾਰ ਦੀਆਂ ਦੇਣਾ ਨੇ। ਸਾਡੇ ਸਰਕਾਰ ਚੰਨੀ ਸਾਹਿਬ ਦੀ ਦੇਣ ਆ ਕਿ 3 ਰੁਪਏ ਯੂਨਿਟ ਬੱਤੀ ਦਾ ਰੇਟ ਘਟ ਗਿਆ ਹੈ। ਜਿਨ੍ਹਾਂ ਦੇ ਪਿਛਲੇ ਬਕਾਏ ਗੜੇ ਸੀ ਸਾਰਿਆਂ ਦੇ ਲਕੀਰ ਫਿਰ ਗਈ ਹੈ। ਉਸ ਤੋਂ ਬਾਅਦ ਕਰਜ਼ਾ ਮਾਫ ਹੋਇਆ ਹੈ। 1 ਕਰੋੜ ਤੇ 75 ਲੱਖ ਰੁਪਈਆ ਕਲਸੀਆਂ ਕਲਾਂ ਦਾ ਕਰਜ਼ਾ ਮਾਫ ਹੋਇਆ। ਔਰ ਇੱਕ ਗਲੀ ਉਹ ਤੋਂ ਸੜਕ ਤੋਂ ਹੀ ਤੁਰਦੀ ਆ, ਕੀ ਇਹਦੇ ਚ ਕਮੀ ਪੇਸ਼ੀ ਰਹਿ ਗਈ ਆ? ਇਹ ਮਨਜ਼ੂਰ ਨਹੀਂ ਹੋਈ ਤੇ ਅਗਲੇ ਬੰਨੇ ਵੀ ਜਿਹੜਾ ਵਾ ਉਹ ਤੁਹਾਡੇ ਇੱਥੋਂ ਦੇ ਜਿਹੜੇ ਸਾਬਕਾ ਸਰਪੰਚ ਅਕਾਲੀ ਦਲ ਦੇ ਉਹਨਾਂ ਦਾ ਲੜਕਾ ਵੀ ਇਹ ਦੋਸ਼ ਲਾ ਰਿਹਾ ਸੀ ਕਿ ਬਿਲਕੁਲ ਜਿਹੜਾ ਪੱਖਪਾਤ ਕਰਕੇ ਤੇ ਇੱਥੇ ਜਿਹੜਾ ਵਾ ਵਿਕਾਸ ਨਹੀਂ ਕੀਤਾ। ਨਹੀਂ ਜੀ, ਉਹ ਸੜਕ ਪਾਸ ਕਰਵਾ ਦਿੱਤੀ ਅਸੀਂ 12.5 ਲੱਖ ਰੁਪਏ ਨਾਲ। ਉਹ ਸੜਕ ਬਣਨੀ ਆ, ਠੇਕਾ ਹੋ ਗਿਆ ਹੈ। ਆਹ ਜਿਹੜੀ ਗਲੀ ਇੱਧਰੋਂ ਆ ਰਹੀ ਆ, ਇਹ ਥੋੜੇ ਜਿਹੇ ਸਾਡੇ ਪੈਸੇ ਡੰਗਲ ਦੀ ਖਰਾਬੀ ਕਾਰਨ ਅੜੇ ਆ, ਬਾਕੀ ਇਹ ਵੀ ਬਣਾ ਦੇਣੀ ਅਸੀਂ, ਇਹ ਰਹਿ ਨਹੀਂ ਦੇਣੀ। ਇੱਕ ਸਰਪੰਚ ਸਾਹਿਬ ਉਹਨਾਂ ਤੁਹਾਡੇ ਤੇ ਬੜਾ ਵੱਡਾ ਇਲਜ਼ਾਮ ਲਾਇਆ ਆ, ਦੋਹਾਂ ਪਾਰਟੀਆਂ ਨੇ ਤੁਹਾਡੀਆਂ ਨੇ, ਉਹ ਕਹਿੰਦੇ ਆ ਕਿ ਸਰਪੰਚੀ ਜਿਹੜੀ ਆ ਉਹ ਮੁੱਲ ਵਿਕੀ ਹੈ ਸਾਡੇ ਪਿੰਡ। ਨਹੀਂ ਜੀ ਨਹੀਂ, ਇਹ ਗੱਲ ਥੋੜਾ ਸਕਦੀ ਹੈ। ਸਰਬਸੰਮਤੀ ਨਾਲ 40 ਸਾਲ ਹੋ ਗਏ ਮੈਨੂੰ ਵੋਟਾਂ ਪਾਉਂਦੇ ਨੂੰ ਜੀ, ਤੇ ਸਰਬਸੰਮਤੀ ਨਾਲ ਸਾਰੇ ਪਿੰਡ ਦਾ ਸਰਪੰਚ ਬਣਾਇਆ ਜੀ ਮੈਨੂੰ। ਮੈਂਬਰ ਸਾਹਿਬ ਖਲੋਤੇ ਇੱਥੇ, ਇਹਨਾਂ ਨੂੰ ਪੁੱਛ ਲਓ, ਇਹ ਨਹੀਂ ਕੋਈ ਗੱਲ ਹੈਗੀ ਜੀ, ਸਰਬਸੰਮਤੀ ਹੋਈ ਹੈ। ਇਸ ਤਰ੍ਹਾਂ ਜੀ ਸਰਪੰਚੀ ਜਿਹੜੀ ਨਾ, ਸਰਪੰਚੀ ਜਿਸ ਤਰ੍ਹਾਂ ਵਿਰਸਾ ਹੋ ਸਰਪੰਚੀ ਦਿੰਦਾ ਰਿਹਾ ਸਰਬਸੰਮਤੀ ਨਾਲ, ਉਸ ਤਰ੍ਹਾਂ ਹੀ ਅਸੀਂ ਲੈ ਕੇ ਆਏ, ਸੇਮ ਟੂ ਸੇਮ। ਉਹਦਾ ਜਵਾਬ ਮੈਂ ਹੁਣੇ ਦੇ ਦੇਣਾ, ਉਹਨਾਂ ਨੂੰ ਦੱਸ ਦਿਓ ਜੇ ਜਿਹੜੇ ਵੀ ਸੁਣਨ ਵਾਲੇ ਆ ਵੀ ਜਿਸ ਤਰ੍ਹਾਂ ਵਿਰਸਾ ਹੋ ਨੇ 2 ਵਾਰਾਂ ਸਰਪੰਚੀ ਦਿੱਤੀ, ਉਸ ਤਰ੍ਹਾਂ ਹੀ ਅਸੀਂ ਲਿਆਂਦੀ। ਅਸੀਂ ਉਹਨਾਂ ਨੂੰ ਦੱਸਿਆ ਕਿ ਅਸੀਂ ਪਿੰਡ 'ਚ ਜਿਉਂਦੇ ਹਾਂ ਤੇ ਹੈਗੇ ਹਾਂ, ਜਿਸ ਤਰ੍ਹਾਂ ਤੁਸੀਂ ਸਰਪੰਚੀ ਲਿਆ ਸਕਦੇ ਉਸ ਤਰ੍ਹਾਂ ਹੀ ਲਿਆਉਣ ਦੀ ਖਾਤਰ ਹੱਕ ਰੱਖਦੇ ਹਾਂ। ਦੂਜੀ ਗੱਲ, ਮੈਂ ਤੁਹਾਨੂੰ ਕਾਂਗਰਸ ਸਰਕਾਰ ਦੀ ਪ੍ਰਾਪਤੀ ਦੇ ਵਿੱਚ ਫਿਰ ਲੈ ਕੇ ਆਉਣ ਲੱਗਾ ਵੀ 15,000 ਰੁਪਈਆ ਸਗਨ ਸਕੀਮ ਬਾਦਲ ਸਾਹਿਬ ਦਿੰਦਾ, 51,000 ਰੁਪਈਆ ਕਾਂਗਰਸ ਸਰਕਾਰ ਦੀ ਦੇਣੇ। ਆਉਂਦਾ ਕਿ ਨਹੀਂ ਆਉਂਦਾ? ਇਹ ਲੋਕਾਂ ਦਾ ਪੁੱਛੋ, ਇਹਨਾਂ ਲੋਕਾਂ ਨੂੰ। SC ਦਾ ਕੋਟਾ ਅਜੇ ਤੱਕ ਜ਼ਿੰਦਗੀ 'ਚ ਜੋ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ SC ਕੋਟੇ ਦੀਆਂ ਮੜੀਆਂ ਨਹੀਂ ਬਣੀਆਂ। 9.5 ਲੱਖ ਰੁਪਈਆ ਲਿਆ ਕੇ SC ਕੋਟੇ ਦੀਆਂ ਗਰੀਬਾਂ ਦੀਆਂ ਮੜੀਆਂ ਬਣਾ ਕੇ ਦਿੱਤੀ ਸ਼ਮਸ਼ਾਨ ਘਾਟ। ਆਂਦੇ ਕੀਤਾ ਕੱਖ ਨਹੀਂਗਾ। ਇਹਨਾਂ ਨੂੰ ਤੇ ਪੁੱਛੋ ਆਪਦੇ ਹਲਕੇ ਆਪਦੇ ਟਾਈਮ ਦੇ ਵਿੱਚ ਇਹ ਕਿੱਟ ਵੀ ਮੇਰੇ ਪਿੰਡ ਦੇ ਵਿੱਚ ਇੱਕ ਇੰਟਰਲੌਕ ਦੀ ਇਹ ਕਿੱਟ ਵੀ ਪਹਿਲਾਂ ਲਾਈ ਹੋਵੇ ਨਾ। ਇੱਕ ਫੌਜੀ ਸਾਹਿਬ ਇਹ ਦੱਸਿਆ ਜੇ ਕਿ ਇੱਕ ਬਜ਼ੁਰਗ ਸੀਗਾ, ਉਹ ਗੁਰਦੁਆਰਾ ਸਾਹਿਬ ਦੇ ਪਰਲੇ ਬੰਨੇ ਉਹਦਾ ਘਰ ਆ, ਉਹਦੀ ਜਿਹੜੀ ਆ ਉਹ ਫਲੈਸ਼ ਵੀ ਕੰਪਲੀਟ ਨਹੀਂ ਆ, ਉੱਦਾਂ ਹੀ ਖੜੀ ਉੱਤੇ ਉਹਨੇ ਛਾਪੇ ਜੇ ਸੁੱਟੇ ਤੇ ਕੋਠਾ ਵੀ ਕੱਚਾ। ਕੀ ਗੱਲ ਉਹ ਉਧਰ ਤੁਹਾਡਾ ਧਿਆਨ ਨਹੀਂ ਹੋਇਆ? ਨਹੀਂ ਜੀ, ਕੋਠੇ ਪਾਸ ਹੋਏ ਆ। ਇੱਕ ਫੌਜੀ ਸਾਹਿਬ 900 ਪੈਨਸ਼ਨ ਆਉਂਦੀ ਸੀ, 950 ਪਿੰਡ ਦੀ 1450 ਪੈਨਸ਼ਨ ਆਉਣ ਲੱਗ ਪਈ ਹੈ। ਆਂਦੇ ਪ੍ਰਾਪਤੀਆਂ ਨਹੀਂ, ਪ੍ਰਾਪਤੀਆਂ ਕਿਉਂ ਨਹੀਂ? 450 ਪੈਨਸ਼ਨ ਅਸੀਂ ਪਿੰਡ ਦੇ ਵਿੱਚ ਵਧਾਈ ਆ। ਗਰੀਬ ਜਿਹੜੇ ਬਜ਼ੁਰਗ ਹੋ ਗਏ ਉਹਨਾਂ ਨੂੰ ਪੈਨਸ਼ਨ ਲਵਾ ਕੇ ਦਿੱਤੀ ਹੈ, ਔਰ 1500 ਰੁਪਇਆ ਪੈਨਸ਼ਨ ਉਹਨਾਂ ਦੇ ਖਾਤੇ 'ਚ ਆਉਂਦਾ ਹੈ। ਇਹਨਾਂ ਵਾਂਗੂ ਨਹੀਂ ਵੀ 6 ਗੂਠੇ ਲਵਾ ਲੈਂਦੇ ਆ ਤੇ 250 ਰੁਪਇਆ ਦੇ ਕੇ ਦਿਆਂਦੇ ਵੀ ਪੈਨਸ਼ਨ ਲੈ ਜਾਓ। ਅਸੀਂ ਬੈਂਕ ਦੇ ਵਿੱਚ ਪੈਸੇ ਆਉਂਦੇ 1500 ਰੁਪਇਆ। ਲੋਕਾਂ ਨੇ ਇਹ ਇਤਰਾਜ਼ ਕੀਤਾ ਕਿ ਸਾਡੇ ਕਾਰਡ ਕਣਕ ਵਾਲੇ ਕਟਾ ਦਿੱਤੇ ਗਏ ਆ, ਉਹ ਕੀ ਮਾਮਲਾ? ਵੀਰ ਜੀ, ਜਿਹੜਾ ਕਾਟ ਹੈਗੇ ਸੀ ਨਾ ਜੀ, ਜਿੰਨੇ ਸਾਡੀ ਕਪੈਸਿਟੀ ਸੀ ਉਨੇ ਕਾਟ ਅਸੀਂ ਸਾਰੇ SC ਭਾਈਚਾਰੇ ਸਾਰੇ ਰਹਿਣ ਦਿੱਤੇ ਆ, ਜਿੰਨੇ ਸਾਡੇ ਪਿੰਡ ਦਾ ਬਣਦਾ ਸੀ। ਔਰ ਦੂਜਾ ਹੁਣ ਵੱਧ ਮਤਲਬ ਕੁਝ ਕਰੋਨਾ ਕਰਕੇ ਟਾਈਮ ਨਹੀਂ ਮਿਲਿਆ। ਇੱਕ ਜੇ ਸਰਪੰਚ ਸਾਹਿਬ ਜਿਹੜੀ ਨਵੀਂ ਪਾਰਟੀ ਆਈ ਆ, ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਇੱਥੋਂ ਨਰਿੰਦਰ ਸਿੰਘ ਨੇ ਸਾਬਕਾ ਸਰਪੰਚ, ਉਹ ਕਹਿੰਦੇ ਕਿ ਮੈਂ 12 ਲੱਖ ਰੁਪਈਆ ਉਹਨਾਂ ਦੇਣਾ, ਅੱਜ ਤੋਂ 25 ਸਾਲ ਪਹਿਲਾਂ ਮੈਨੂੰ ਗ੍ਰਾਂਟ ਮਿਲੀ, ਮੈਂ ਇੱਥੇ ਇੱਕ ਹਸਪਤਾਲ ਵੀ ਖੜਾ ਕਰ ਦਿੱਤਾ ਸੀ ਤੇ ਕਾਫੀ ਉਹਨਾਂ ਨੇ ਕੰਮ ਗਣਾਏ ਆ। ਸ਼ਾਇਦ ਜਿੱਦਾਂ ਤੁਸੀਂ ਲਿਸਟ ਦਿਖਾ ਰਹੇ ਜੇ, ਇੱਦਾਂ ਉਹਨਾਂ ਕਿਹਾ ਕਿ ਮੈਂ ਪਸ਼ੂਆਂ ਵਾਲਾ ਹਸਪਤਾਲ, 2 ਜੰਝ ਘਰ, 2 ਸਕੂਲ ਦੇ ਕਮਰਿਆਂ ਦੇ ਲੈਂਟਰ, ਬੱਸ ਅੱਡਾ, ਗਲੀਆਂ ਨਾਲੀਆਂ, ਨਲਕੇ 5 ਸਕੂਲ 'ਚ ਮੋਟਰ, ਪੰਚਾਇਤ ਘਰ, ਕੀ ਇਹ ਕੰਮ ਉਹਨਾਂ ਨੇ ਕਰਾਏ ਸੀ? ਇਹ ਦੱਸਣ ਜੀ ਕਿੱਥੇ ਕੰਮ ਵਿਖਾਉਣ ਤੁਹਾਨੂੰ, ਅਸੀਂ ਵਿਖਾਉਣੇ ਕੰਮ ਕੀਤੇ ਜਿਹੜੇ ਇਹਨਾਂ ਨੇ ਕੀਤੇ, ਦੱਸਣ ਕੰਮ ਤਾਂ ਹੋਣਗੇ ਹੀ ਉੱਥੇ। ਆਹ ਵੇਖੋ ਕਮਰਾ ਪਿਆ ਜੀ, ਆਹ ਕਮਰਾ ਪਾ ਕੇ ਦਿੱਤਾ ਜੀ, ਛੱਡ ਮਾਰ ਦੇਣ। ਸਾਹਮਣੇ ਕੋਠਾ ਕਮਰੇ ਪਾ ਦਿੱਤਾ ਜੀ। ਕੋਠਾ ਪਿਆ ਤੇਰਾ ਇਧਰ ਹਾਂਜੀ 10 ਕੋਠਾ ਪਿਆ ਤੇਰਾ। ਹਾਂਜੀ ਆ ਬਲਦੇਵ ਇਧਰ ਆਓ, ਆ ਗਲੀ ਬਣੀ ਕਿ ਨਹੀਂ, ਤੁਹਾਡਾ ਵਿਕਾਸ ਹੋਇਆ ਕਿ ਨਹੀਂ? ਪਿਆ ਜੀ ਕੋਠਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਿਆ ਵਾ ਸਰਦਾਰ ਜੀ, ਮੇਥੋਂ ਛੋਟੇ ਦਾ ਪਿਆ ਜੀ। ਕਈ ਮਜ਼ਦੂਰਾਂ ਨੇ ਇੱਥੇ ਮਤਲਬ ਜਿਹੜੀ ਕੰਪਲੇਂਟ ਕੀਤੀ ਕਿ ਨਰੇਗਾ ਦੀਆਂ ਦਿਹਾੜੀਆਂ ਜਿਹੜੀਆਂ ਉਹ ਸਾਨੂੰ ਨਹੀਂ ਮਿਲਦੀਆਂ, ਨਾ ਸਾਡੇ ਜੌਬ ਕਾਰਡ ਬਣੇ ਹੋਣਗੇ ਤੇ ਪਰ ਸਾਨੂੰ ਅਜੇ ਤੱਕ ਨਹੀਂ ਮਿਲੇ, ਉਹਦੇ ਬਾਰੇ ਦੱਸੋ। ਮੈਂ ਤਾਂ ਵੀਡੀਓ ਸਾਹਿਬ ਨੂੰ ਜਾ ਕੇ ਆਉਂਦਾ ਰਿਹਾ ਵੀ ਜਿੰਨੇ ਮਨਰੇਗਾ 'ਚ ਕੰਮ ਕਰਨਾ ਚਾਹੁੰਦੇ ਸਾਰੇ ਭੇਜ ਦਿਓ ਪਿੰਡ। ਸਾਡੇ ਕੋਲ ਕੰਮ ਬਹੁਤ ਜ਼ਿਆਦਾ, ਕੋਈ ਆਉਂਦਾ ਹੀ ਨਹੀਂ ਜੀ, ਕੰਮ ਕਰਕੇ ਖੁਸ਼ ਹੀ ਨਹੀਂ। ਉਸ ਤਰ੍ਹਾਂ ਦੇ ਪੈਸੇ ਦਵਾ ਦਿਓ ਸਾਨੂੰ, ਉਸ ਤਰ੍ਹਾਂ ਕਿਸ ਤਰ੍ਹਾਂ ਪੈਸੇ ਮਿਲਣੇ? ਕੰਮ ਕਰੂ, ਹਾਜ਼ਰੀ ਲਵਾਓ ਤੇ ਫਿਰ ਪੈਸੇ ਮਿਲਣੇ ਆ ਜੀ। ਫਿਰ ਕਿਹੋ ਜੀ ਟੱਕਰ ਜਿਹੜੀ ਆ ਦੇ ਰਹੇ ਜੀ ਹੁਣ ਪਿੰਡ ਦੇ ਵਿੱਚ? ਬਹੁਤ ਵਧੀਆ ਜੀ, ਭੁੱਲਰ ਸਾਹਿਬ ਦੀ ਜਿੱਤ ਯਕੀਨੀ ਹੈ, ਇੱਥੋਂ ਪਹਿਲੇ ਨੰਬਰ ਤੇ ਆਵਾਂਗੇ ਜੀ ਅਸੀਂ ਪਿੰਡ ਦੇ ਵਿੱਚ। ਸਰਕਾਰ ਜਿੱਤੂਗੀ ਸਾਡੀ, ਚੰਨੀ ਸਰਕਾਰ ਜਿੰਦਾਬਾਦ ਜੀ। ਅਸੀਂ ਚੰਨੀ ਸਰਕਾਰ ਨੂੰ ਵੋਟ ਪਾਵਾਂਗੇ ਜੀ। ਚੰਨੀ ਸਰਕਾਰ ਜੀ, ਚੰਨੀ ਸਰਕਾਰ ਜਿੰਦਾਬਾਦ ਜੀ। ਇੱਧਰ ਕੈਮਰੇ ਵਾਲ ਵੇਖ।
ਚੰਨੀ ਸਰਕਾਰ ਜਿੰਦਾਬਾਦ ਜੀ। ਮੇਰਾ ਇੱਥੋਂ ਇਹ ਸਾਹਿਬ ਜੀ ਆ ਵੀ ਡੈਡੀ ਮੇਰੇ ਦੀ ਪਹਿਲਾਂ ਪੈਨਸ਼ਨ ਵੀ ਨਹੀਂ ਆਉਂਦੀ, ਉਦੋਂ ਬਾਅਦ ਜੋ ਅਕਾਊਂਟ ਦੇ ਵਿੱਚ ਪੈਨਸ਼ਨ ਵੀ ਆਉਂਦਾ ਵੀ 80,000 ਰੁਪਈਆ ਕਰਜ਼ਾ ਸੀ ਜੀ ਆ ਕਾਂਗਰਸ ਦੇ ਵਿੱਚ ਰਾਜ ਦੇ, ਉਹ ਵੀ ਸਾਡਾ ਮਾਫ ਹੋਇਆ ਜੀ। ਚੰਨੀ ਸਰਕਾਰ ਜੀ, ਚੰਨੀ ਸਰਕਾਰ ਬਹੁਤ ਧੰਨਵਾਦ ਜੀ ਤੁਹਾਡੀ ਟੀਮ ਤੇ ਇੱਥੇ ਆਉਣ ਦਾ। ਹਰ ਇੱਕ ਨੂੰ ਜੋ ਉਹਨਾਂ ਦੀ ਬਣਦੀਆਂ ਸਹੂਲਤਾਂ ਹੈ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ। ਇੱਥੇ ਤੁਸੀਂ ਆਪ ਕੈਮਰੇ ਸਾਹਮਣੇ ਕਰਕੇ ਪੁੱਛੋ ਵੀ ਲੋਕਾਂ ਨੂੰ ਮਿਲਦੀਆਂ ਜਾਂ ਨਹੀਂ ਮਿਲਦੀਆਂ। ਵਿਰੋਧੀਆਂ ਦੇ ਦੋਸ਼ ਲਾਉਣੇ ਹੁੰਦੇ ਆ। ਤੁਸੀਂ ਮੈਂਬਰ ਪੰਚਾਇਤ? ਹਾਂ, ਮੈਂਬਰ ਪੰਚਾਇਤ ਹਾਂ ਜੀ। ਹਾਂਜੀ ਹਾਂਜੀ ਦੱਸੋ ਜੀ। ਮੈਂ ਸਾਬਕਾ ਮੈਂਬਰ ਪੰਚਾਇਤ ਹਾਂ ਜੀ। ਇਸ ਤਰ੍ਹਾਂ ਵੀ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਕਿਸੇ ਨਾਲ ਵੀ ਕੋਈ ਕਿਸੇ ਭਾਵਨਾ ਵਿਰੋਧ ਦੀ ਨਾ ਰੱਖ ਕੇ ਇੱਥੇ ਕੰਮ ਹੋ ਰਹੇ ਨੇ। ਇੰਨੇ ਕੰਮ ਹੋਏ ਨੇ ਜਿਹੜੇ ਕਿਸੇ 30-35 ਸਾਲਾਂ 'ਚ ਨਹੀਂ ਹੋਏ। ਇੰਨੇ ਕੰਮ ਜਿਹੜੇ ਹੁਣ ਹੋ ਗਏ ਨੇ, ਜਿਹੜੇ ਇੰਨੇ ਥੋੜ੍ਹੇ ਚਿਰ ਦੇ ਟਾਈਮ ਦੇ ਵਿੱਚ। ਤੇ ਅਸੀਂ ਚਾਹੁੰਦੇ ਹਾਂ ਚੰਨੀ ਸਰਕਾਰ ਵਰਗੀ ਸਰਕਾਰ ਅਜੇ ਤੱਕ ਆਈ ਨਹੀਂ ਗਈ। ਉਹਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ। 15 ਸਾਲ ਕੋਈ ਭੋਰਾ ਜਿੰਨਾ ਕੰਮ ਵੀ ਨਹੀਂ ਪਿੰਡ ਦਾ ਆ, ਇੰਨਾ ਕੰਮ ਸਾਡੇ ਸਰਪੰਚ ਸਾਹਿਬ ਬਖਸ਼ੀਸ਼ ਸਾਹਿਬ ਨੇ ਕੀਤਾ। ਕੋਈ ਕਹਿਣ ਦੀ ਗੱਲ ਹੀ ਨਹੀਂ। 20-50 ਦੀ ਸਰਪੰਚ ਬਹੁਤ ਵਧੀਆ ਕੀਤਾ। ਬਹੁਤ ਜ਼ਿਆਦਾ ਸਰਪੰਚ ਸਾਹਿਬ ਕੰਮ ਕਰ ਰਹੇ ਨੇ। ਚੰਨੀ ਸਰਕਾਰ ਜੀ ਬਣੂਗੀ, ਉਹ ਚੰਨੀ ਸਰਕਾਰ ਬਣੂ। ਕਿਉਂ ਬਣੂਗੀ ਚੰਨੀ ਸਰਕਾਰ? ਕਾਰ ਜੀ ਕੰਮ ਹੀ ਇੰਨੇ ਜ਼ਿਆਦਾ ਕਰ ਚੁੱਕਾ ਚੰਨੀ ਸਾਹਿਬ, ਕੈਪਟਨ ਸਾਹਿਬ ਤੇ ਚੰਨੀ ਸਰਕਾਰ ਜਿਹੜੀ ਬਣੂਗੀ। ਹਾਂਜੀ ਸਾਨੂੰ 15 ਸਾਲ ਦੀ ਕਣਕ ਨਹੀਂ ਮਿਲਦੀ ਰਹੀ। ਅੱਛਾ ਜੀ। ਆ ਜਦੋਂ ਹੁਣ ਸਰਪੰਚ ਇਹ ਬਣੇ ਆ ਉਦੋਂ ਮਿਲਣ ਲੱਗੀ ਆ। 6,000 ਰੁਪਏ ਮੇਰਾ ਬਿੱਲ ਵੀ ਮਾਫ ਹੋਇਆ। ਠੀਕ ਹੈ। ਹਾਂਜੀ ਆਪਾਂ ਚੰਨੀ ਸਾਹਿਬ ਦੀ ਸਰਕਾਰ ਬਣੂਗੀ। ਕਮਰੇ ਪਾ ਕੇ ਦਿੱਤੇ, ਸਰਪੰਚ ਮਗਰ ਤੁਲਾਂਗੇ। ਗਲੀ ਨੂੰ ਬਹੁਤ ਚਿਰ ਹੋ ਗਿਆ ਜੀ, ਇਹਨੂੰ ਤੇ ਬੜਾ ਚਿਰ ਹੋ ਗਿਆ। ਸਰਪੰਚ ਸਾਹਿਬ ਨੂੰ ਆਖਿਆ ਹੁਣ ਬਣਾ ਦਿੰਦੇ, ਉਹਨੇ ਬਣਾਉਣੇ ਆ। ਮੈਨੂੰ ਤੇ 50 ਸਾਲ ਹੀ ਹੋ ਗਏ ਜੀ। ਹੁਣ ਸਰਪੰਚ ਸਾਹਿਬ ਆਂਦੇ ਬਣਾ ਦਿੰਦੇ। ਉਹਨਾਂ ਦਾ ਇਹ ਦੋਸ਼ ਹੈ ਕਿ ਇੱਥੇ ਸ਼ਮਸ਼ਾਨ ਘਾਟ ਹੈ ਨਹੀਂ ਸੀ ਤੇ ਅਸੀਂ ਆਪਣੇ ਕੋਲੋਂ ਪੈਸੇ ਲਾ ਕੇ ਇਹ ਬਣਾਇਆ ਆ ਤੇ ਬਾਅਦ ਦੇ ਵਿੱਚ ਪੰਚਾਇਤ ਨੇ ਇੱਥੇ ਖੜਾ ਕਰਤਾ। ਇਹਦੇ 'ਚ ਤੇ 1 ਰੁਪਈਆ ਵੀ ਉਹਨਾਂ ਦਾ ਨਹੀਂ ਲੱਗਾ। ਚਾਹੇ ਉਹਨਾਂ ਨੂੰ ਆਖੋ ਵੀ ਗੁਰਦੁਆਰੇ ਆ ਜਾਣ, ਫਿਰ ਇਸ ਤੋਂ ਵੱਡਾ ਹੋਰ ਤਾਂ ਕੋਈ ਜਗ੍ਹਾ ਨਹੀਂ ਹੈਗੀ। ਉਹਨਾਂ ਨੇ ਉਹ ਜਿਹੜਾ ਵਾ ਉਹ ਖੜਾ ਕੀਤਾ। ਉਹਨਾਂ ਨੇ ਉਹ ਜਿਹੜਾ 4 ਦੀਵਾਰੀ ਤੁਹਾਨੂੰ ਦੱਸਣ ਹੀ ਰਹੀ ਆ ਉਹ ਖੜੀ ਕੀਤੀ। ਵੇਖ ਹੀ ਲਈ ਤੁਸੀਂ ਕਿੰਨਾ ਕੁ ਉਹ ਸਿਸਟਮ ਬਣਿਆ। ਬਾਕੀ ਆ ਸਾਰਾ ਕੁਝ ਜਿਹੜਾ ਬਰਾਂਡਾ ਬਣਿਆ ਹੈ, ਆ ਸਾਰਾ ਬਣਿਆ ਹੈ, ਤੁਹਾਨੂੰ ਦਿਸ ਰਿਹਾ ਹੈ ਵੀ ਵਾਕਿਆ ਹੀ ਪੈਸੇ ਲੱਗੇ ਆ। ਹੁਣ ਗਲੀਆਂ ਨਾਲੀਆਂ ਦਾ ਮੂੰਹ ਮੰਦਰਾ ਜਿਹੜਾ ਸਾਰੇ ਇਹ ਇਸ ਪਿੰਡ ਦਾ ਬਹੁਤ ਵਧੀਆ ਬਣ ਗਿਆ, ਜਿਹੜਾ ਕਿ ਅੱਜ ਤੋਂ ਪਹਿਲਾਂ ਨਹੀਂ ਸੀ ਹੁੰਦਾ। ਆਪਣੇ ਪਿੰਡ ਦੀ ਗੱਲ ਕਰਾਂ ਤੇ ਜੋ ਨਸ਼ਾ ਅੱਗੇ ਪਹਿਲਾਂ ਹੁੰਦਾ ਸੀ ਨਾ, ਹੁਣ ਜੇ ਹੀ ਆ ਕਿਤੇ ਕੋਈ ਜਿਹੜਾ ਐਡਿਕਟਡ ਹੋ ਗਿਆ ਇਸ ਚੀਜ਼ ਦਾ, ਜਿਹੜਾ ਨਹੀਂ ਛੱਡ ਸਕਦਾ, ਉਹ ਕਿਤੇ ਥੋੜ੍ਹਾ ਬਹੁਤਾ ਭਾਵੇਂ ਕਰਦਾ ਹੋਵੇ ਤੇ ਜਿਤਨਾ ਸ਼ੂਲ ਦੇ ਤੌਰ ਤੇ ਬੱਚੇ ਅੱਗੇ ਨਸ਼ਾ ਕਰੀ ਜਾਂਦੇ ਸੀ ਨਾ, ਉਹ ਗੱਲ ਹੁਣ ਨਹੀਂ ਹੈਗੀ। ਚਰਨਜੀਤ ਸਿੰਘ ਚੰਨੀ ਜਿਹੜੇ ਅੱਜ ਕੱਲ੍ਹ ਚੀਫ ਮਿਨਿਸਟਰ ਸਾਡੇ ਬਣੇ ਆ, ਉਹਨਾਂ ਨੂੰ ਟਾਈਮ ਹੀ ਇੰਨਾ ਹੋਇਆ ਤੇ ਔਰ ਇਹਨਾਂ 100 ਦਿਨ ਦੇ ਵਿੱਚ ਜੇ ਮੈਂ ਕਹਾਂ ਵੀ 100 ਹੀ ਕੰਮ ਉਹਨੇ ਕੀਤਾ ਆ ਤੇ ਇਹ ਕੋਈ ਅਣਕਥਨੀ ਨਹੀਂ ਹੋਊਗੀ। ਤਾਜ਼ੀਆਂ ਸੱਚੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇਖਣ ਲਈ ਗਰਾਊਂਡ ਰਿਪੋਰਟ ਟੀਵੀ ਨਿਊਜ਼ ਇੰਡੀਆ ਨੂੰ ਫੇਸਬੁੱਕ, YouTube ਤੇ ਲਾਈਕ, ਸ਼ੇਅਰ, ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰੋ ਜੀ।